ਕਾਂਚੀ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ 'ਤੇ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਪਿਆਰੇ ਦਰਸ਼ਕੋ, ਤੁਹਾਨੂੰ ਇਹ ਪਤਾ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਕਰੋਨਾ ਮਹਾਮਾਰੀ ਦਾ ਕਹਿਰ ਬਰਸ ਰਿਹਾ ਹੈਗਾ ਔਰ ਹਰ ਪਾਸੇ ਡਰ ਔਰ ਜਿਹੜਾ ਹੈਗਾ ਲੋਕਾਂ ਦੇ ਮਨ ਦੇ ਵਿੱਚ ਹੈਗਾ ਉਹ ਬਹੁਤ ਖੌਫ ਇਸ ਵੇਲੇ ਬਣਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਹੈਗੇ ਆ ਉਹ ਸਾਨੂੰ ਛੱਡ ਕੇ ਜਾ ਰਹੇ ਹਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ। ਤੁਹਾਨੂੰ ਪਤਾ ਭਾਰਤ ਦੇ ਵਿੱਚ ਵੀ ਤਕਰੀਬਨ ਹਰ ਰੋਜ਼ 4000 ਤਕਰੀਬਨ ਮੌਤਾਂ ਹੁੰਦੀਆਂ ਹਨ ਔਰ ਹਰ ਪਾਸੇ ਹੀ ਹਾਹਾਕਾਰ ਮਚੀ ਹੋਈ ਹੈ ਔਰ ਆਪਣੀ ਹਰ ਇੱਕ ਨੂੰ ਪਈ ਆ। ਕੋਈ ਭੈਣਾਂ ਨੂੰ ਰੋਂਦਾ, ਕੋਈ ਭਰਾਵਾਂ ਨੂੰ ਰੋਂਦਾ, ਕੋਈ ਮਾਂ ਪਿਓ ਨੂੰ ਰੋਂਦਾ, ਕੋਈ ਬੱਚਿਆਂ ਨੂੰ ਰੋਂਦਾ ਹੈਗਾ, ਕੋਈ ਬੱਚੇ ਯਤੀਮ ਹੋ ਗਏ ਔਰ ਬੜੀ ਹੀ ਦਰਦਨਾਕ ਕਹਾਣੀ ਹੈ ਇਸ ਵੇਲੇ ਭਾਰਤ ਦੀ। ਪਰ ਅਫਸੋਸ ਹੈ ਕਿ ਇਹੋ ਜਿਹੇ ਮਾਹੌਲ ਵਿੱਚ ਵੀ ਚੋਰ ਬਜ਼ਾਰੀ, ਧੋਖਾਦੇਹੀ, ਜ਼ੁਲਮ ਸਿਤਮ ਅਤੇ ਗੈਰ ਇਨਸਾਨੀਅਤ ਹਰਕਤਾਂ ਨਾਲ ਇਨਸਾਨ ਦਾ ਜੋ ਹੈ ਉਹ ਸਿਰ ਝੁਕ ਜਾਂਦਾ ਹੈ ਇਹੋ ਜਿਹੇ ਮਾਹੌਲ ਦੇ ਵਿੱਚ ਵੀ। ਔਰ ਇਹਦੇ 'ਤੇ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ, ਤੁਸੀਂ ਸੁਣਦੇ ਹੋ ਟੈਲੀਵਿਜ਼ਨ ਦੇ ਵਿੱਚ ਵੀ ਕਿ ਕਿਸ ਤਰ੍ਹਾਂ ਜਿਹੜੀ ਹਵਾ ਦੇ ਵਿੱਚੋਂ ਸਾਰਿਆਂ ਨੂੰ, ਜੀਵਾਂ ਨੂੰ, ਸਿਰਫ ਇਨਸਾਨਾਂ ਨੂੰ ਨਹੀਂ, ਜੋ ਵੀ ਜੀਵ ਜੰਤੂ ਆ ਸਾਰਿਆਂ ਨੂੰ ਆਕਸੀਜਨ ਜਿਹੜੀ ਹੈਗੀ ਆ ਉਹ ਜਿੰਦਾ ਰਹਿਣ ਲਈ ਮਿਲਦੀ ਹੈ। ਔਰ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇਹ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਔਰ ਕਰ ਰਹੇ ਹਨ ਔਰ ਬਲੈਕਮੇਲਿੰਗ, ਚੋਰ ਬਜ਼ਾਰੀ। ਔਰ ਦੂਸਰਾ ਇਹ ਹੈਗਾ ਇਸ ਮੁਲਕ ਦੇ ਵਿੱਚ ਜਿਹੜਾ ਇਲਾਜ ਹੈਗਾ, ਯੂਰਪ ਦੇ ਵਿੱਚ ਇਲਾਜ ਹੈਗਾ, ਉੱਥੇ ਤੁਹਾਨੂੰ ਉਹ ਨਹੀਂ ਮਿਲ ਰਿਹਾ ਹੈਗਾ। ਔਰ ਅਖੀਰੀ ਜਿਹੜਾ ਹੈਗਾ ਗੱਲ ਇਹ ਹੈਗੀ ਆ ਕਿ ਇੱਕ ਕਹਾਵਤ ਹੈਗੀ ਆ ਕਿ ਮੁਰਦਿਆਂ ਦੇ ਕਫਨ ਲਾ ਕੇ ਵੇਚਣ ਵਾਲੇ, ਇਹ ਇੱਕ ਕਹਾਵਤ ਨਹੀਂ ਰਹਿ ਗਈ, ਹੁਣ ਇਹ ਇੱਕ ਅਸਲੀਅਤ ਬਣ ਗਈ ਭਾਰਤ ਦੇ ਵਿੱਚ। ਔਰ ਇਹ ਟੈਲੀਵਿਜ਼ਨ 'ਤੇ ਵੀ ਆਇਆ ਕਿ ਕੱਪੜੇ ਉਹ ਕਫਨ ਲਾ ਕੇ ਦੁਬਾਰਾ ਦੁਕਾਨਾਂ ਦੇ ਉੱਤੇ ਲਿਜਾ ਕੇ ਵੇਚਿਆ ਜਾ ਰਿਹਾ ਸੀ ਔਰ ਫੜੇ ਹੈ। ਔਰ ਇਸ ਦਾ ਕਾਰਨ ਜਿਹੜਾ ਹੈਗਾ ਇਹ ਸਾਰੀ ਗੱਲਬਾਤ ਦਾ, ਸਾਰੇ ਲਾਲਚ ਦਾ, ਲੋਭ ਲਾਲਚ ਔਰ ਇਸ ਧਰਤੀ ਦੇ ਉੱਤੇ ਜੋ ਭੁੱਖ ਹੈ, ਜੋ ਲਾਲਚ ਹੈ, ਜੋ ਮਨ ਦੀ ਤ੍ਰਿਸ਼ਨਾ ਹੈਗੀ ਆ ਉਹ ਲੋਕਾਂ ਦੀ ਬਹੁਤ ਵੱਧ ਗਈ ਹੋ। ਇਸ ਵੇਲੇ ਜਾਨਾਂ ਬਚਾਉਣ ਦੀ ਪਈ ਹੋਈ ਹੈ। ਲੋਕਾਂ ਨੂੰ ਪਤਾ ਨਹੀਂ ਹੈਗਾ ਭਈ ਕਿਹੜੇ ਵੇਲੇ ਇਹ ਬਿਮਾਰੀ ਚੁੱਪ ਚਪੀਤੇ ਤੁਹਾਨੂੰ ਆ ਕੇ ਅਟੈਕ ਕਰ ਦਊਗੀ, ਫੜ ਲਊਗੀ। ਔਰ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਪਰਵਾਹ ਨਹੀਂ, ਪਰ ਉਹ ਆਪਣੀ ਧੁਨ ਦੇ ਵਿੱਚ ਸਿੱਧੇ ਲੱਗੇ ਹੋਏ ਹਨ। ਜੋ ਉਹਨਾਂ ਨੇ ਕਰਨਾ ਉਹ ਕਰੀ ਗਏ। ਇਹਨਾਂ ਬਿਮਾਰੀਆਂ ਦਾ ਇਲਾਜ ਕਰਨ ਲਈ 2500 ਸਾਲ ਪਹਿਲਾਂ, ਪਿਆਰੇ ਦੋਸਤੋ, 2500 ਸਾਲ ਪਹਿਲਾਂ ਇੱਕ ਮਹਾਮਾਨਵ, ਵੈਦ, ਡਾਕਟਰ ਔਰ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਇੱਕ ਇਨਸਾਨ ਇਸ ਧਰਤੀ ਦੇ ਉੱਤੇ ਆਇਆ ਔਰ ਉਸ ਨੇ ਮਾਨਵ ਕਲਿਆਣ ਲਈ ਜੋ ਕੀਤਾ, ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ। ਉਹ ਸਨ ਤਥਾਗਤ ਗੌਤਮ ਬੁੱਧ, ਔਰ ਜਿਨ੍ਹਾਂ ਨੇ ਕਿ ਸ਼ਾਹੀ ਗੱਦੀ ਛੱਡ ਕੇ ਜੰਗਲਾਂ ਦਾ ਰਸਤਾ ਜਿਹੜਾ ਅਪਣਾਇਆ ਔਰ ਮਹਿਲਾਂ ਦੀ ਐਸ਼ੋ ਇਸ਼ਰਤ ਛੱਡ ਕੇ ਉਹਨਾਂ ਨੇ ਪਾਟੇ ਪੁਰਾਣੇ ਕੱਪੜੇ ਪਾ ਕੇ ਔਰ ਇੱਕ ਸੰਨਿਆਸੀ ਜੀਵਨ ਜਿਹੜਾ ਅਪਣਾਇਆ ਔਰ ਕੁੱਲੀਆਂ ਝੌਂਪੜੀਆਂ ਦੇ ਵਿੱਚ ਰਹਿਣਾ ਉਹਨਾਂ ਨੇ ਕਬੂਲ ਕੀਤਾ। ਔਰ ਪੰਜ ਸ਼ਾਹੀ ਖਾਣੇ ਜਿਹੜੇ ਸੀਗੇ ਮਿਲਦੇ, ਉਹਦੀ ਬਜਾਏ ਉਹਨਾਂ ਨੇ ਇੱਕ ਕੌਲਾ ਫੜ ਕੇ ਔਰ ਲੱਖ ਨਰੰਜਨ ਵਜਾ ਕੇ ਉਹਨਾਂ ਨੇ ਮੰਗ ਕੇ ਖਾਣਾ ਇਹ ਪਸੰਦ ਕੀਤਾ, ਸਿਰਫ ਇਸ ਗੱਲ ਲਈ ਕਿ ਉਹ ਇੱਕ ਜੋ ਮਾਨਵ ਜਾਤੀ ਹੈਗੀ ਆ ਉਹ ਦੁੱਖਾਂ ਦੇ ਵਿੱਚ ਹੈਗੀ ਆ, ਉਹਨਾਂ ਦੇ ਵਿੱਚ ਲੋਭ ਲਾਲਚ ਹੈਗਾ, ਉਹਨਾਂ ਦੇ ਵਿੱਚ ਈਰਖਾ ਹੈਗੀ ਆ, ਉਹਨਾਂ ਦੇ ਵਿੱਚ ਦੁਸ਼ਮਣੀਆਂ ਹੈਗੀਆਂ ਹਨ ਔਰ ਲੋਕ ਦੁਖੀ ਹਨ।
ਇਹਨਾਂ ਦਾ ਇਲਾਜ ਕੱਢਣ ਲਈ ਉਹਨਾਂ ਨੇ ਇਲਾਜ ਟੋਲਣ ਲਈ ਉਹਨਾਂ ਨੇ ਆਪਣੀ ਰਾਜਧਾਨੀ ਛੱਡ ਕੇ ਪਿਆਰੇ ਦਰਸ਼ਕੋ 28 ਸਾਲ ਦੀ ਉਮਰ ਦੇ ਵਿੱਚ ਜੰਗਲਾਂ ਦਾ ਰਾਹ ਜਿਹੜਾ ਉਹ ਅਪਣਾਇਆ। ਹੁਣ ਦਵਿੰਦਰ ਜੀ ਥੋੜਾ ਜਿਹਾ ਤੁਸੀਂ ਇੱਥੇ ਕੀ ਕਹਿਣਾ? ਥੈਂਕ ਯੂ ਵੈਰੀ ਮੱਚ। ਤੁਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਤਥਾਗਤ ਬੁੱਧ ਨੂੰ ਬਹੁਤ ਨਮਨ ਕਰਦਾ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਕਰਕੇ ਜਿਹੜਾ ਆਪਣੇ ਵਿਸਾਖ ਪੂਰਨਿਮਾ ਜੀ ਜਿਹੜਾ ਕੱਲ ਦਾ ਦਿਨ ਸੀਗਾ ਜੀ ਔਰ ਬੜਾ ਪਵਿੱਤਰ ਉਤਸਵ ਹੈ। ਉਹਨੂੰ ਵਿਸਾਖ ਪੂਰਨਿਮਾ ਕਰਕੇ ਜਾਣਿਆ ਜਾਂਦਾ। ਕੁਝ ਲੋਕ ਬੁੱਧਾ ਜਯੰਤੀ ਵੀ ਕਹਿੰਦੇ ਆ ਜੀ, ਕੁਝ ਬੁੱਧਾ ਪੂਰਨਿਮਾ ਵੀ ਕਹਿੰਦੇ ਆ ਕਰਕੇ ਇੱਕ ਇਹੋ ਜਿਹਾ ਮਹਾਨ ਇਤਿਹਾਸਿਕ ਪਰਵ ਹੈਗਾ ਕਿ ਜਿਹੜਾ ਸ਼ਾਇਦ ਇੱਕ ਪਰਵ ਸਿਰਫ ਔਰ ਸਿਰਫ ਤਥਾਗਤ ਬੁੱਧ ਦੇ ਨਾਲ ਹੀ ਜੁੜਿਆ ਹੈਗਾ ਜੀ, ਜਿਹਦੇ ਵਿੱਚ ਤਥਾਗਤ ਬੁੱਧ ਜੀ ਦਾ ਜਿਹੜੇ ਸਿਧਾਰਥ ਗੌਤਮ ਜੀ ਦਾ ਜਨਮ ਜਿਹੜਾ ਸੀਗਾ ਉਹ ਇਸੇ ਦਿਨ ਵਿਸਾਖ ਪੂਰਨਿਮਾ 'ਤੇ ਹੋਇਆ ਸੀ 563 ਈਸਵੀ ਪੂਰਵ ਜੀ ਜੀ। ਔਰ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਤੇ ਉਸ ਵੇਲੇ ਵੀ ਉਹ ਜਿਹੜਾ ਸੀਗਾ ਵਿਸਾਖ ਪੂਰਨਿਮਾ ਦਾ ਹੀ ਦਿਨ ਸੀਗਾ। ਬਿਲਕੁਲ ਹਾਂਜੀ। ਔਰ ਜਦੋਂ ਉਹਨਾਂ ਦਾ ਮਹਾਪਰਿਨਿਰਵਾਣ ਹੋਇਆ ਤੇ ਉਹ ਵੀ ਵਿਸਾਖ ਪੂਰਨਿਮਾ ਦਾ ਹੀ ਦਿਨ ਸੀ ਜਿਹੜਾ ਉਹਨਾਂ ਦਾ ਮਹਾਪਰਿਨਿਰਵਾਣ ਹੁੰਦਾ 483 BC ਦੇ ਵਿੱਚ। ਇਹਦੇ ਨਾਲ ਇੱਕ ਹੋਰ ਵੀ ਗੱਲ ਦੀ ਉਮਰ ਦੇ ਵਿੱਚ ਹਾਂਜੀ ਇੱਕ ਹੋਰ ਵੀ ਗੱਲ ਹੈਗੀ ਆ ਕਿ ਜਦੋਂ ਉਹਨਾਂ ਦਾ ਇਸ ਧਰਤੀ ਤੇ ਆਗਮਨ ਹੋਇਆ ਜੀ ਉਹ ਇੱਕ ਦਰਖਤ ਥੱਲੇ ਹੋਇਆ। ਬਿਲਕੁਲ ਹਾਂਜੀ। ਜਦੋਂ ਉਹਨਾਂ ਨੂੰ ਗਿਆਨ ਹੋਇਆ ਉਦੋਂ ਵੀ ਇੱਕ ਬੋਹੜ ਦੇ ਦਰਖਤ ਥੱਲੇ ਹੋਇਆ ਜੀ। ਜਦੋਂ ਉਹਨਾਂ ਨੂੰ ਮਹਾਪਰਿਨਿਰਵਾਣ ਪ੍ਰਾਪਤ ਹੋਇਆ ਫਿਰ ਵੀ ਇੱਕ ਦਰਖਤ ਥੱਲੇ ਹੋਇਆ। ਦੇਖੋ ਇੱਕ ਅਜੂਬੇ ਜਿਹੀ ਗੱਲ ਹੈਗੀ ਆ। ਇੱਕ ਰਾਜੇ ਦਾ ਲੜਕਾ ਔਰ ਜਿਹਦਾ ਜਨਮ ਵੀ ਦਰਖਤ ਥੱਲੇ ਜਦੋਂ ਤੁਸੀਂ ਦੱਸਿਆ ਨੇਚਰ 'ਚ ਹੁੰਦਾ ਔਰ ਸਾਰੀ ਉਮਰ ਉਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਕੀਤਾ ਜੀ ਲੋਕਾਂ ਦੇ ਜਿਹੜਾ ਦੁੱਖਾਂ ਦਾ ਨਿਵਾਰਨ ਕਰਨ ਵਾਸਤੇ ਜੀ। ਔਰ 80 ਸਾਲ ਦੀ ਉਮਰ ਤੱਕ ਉਹਨਾਂ ਨੇ ਲੋਕ ਸੇਵਾ ਕਰਕੇ ਜਿਹੜੇ ਇੱਕ ਸੰਸਾਰ ਨੂੰ ਬਿਲਕੁਲ ਇੱਕ ਮਾਰਗ ਦੇ ਕੇ ਉਹ ਮਤਲਬ ਇਸ ਜਹਾਨ ਤੋਂ ਇਸ ਦੁਨੀਆ ਤੋਂ ਉਹਨੀ ਮਹਾਪਰਿਨਿਰਵਾਣ ਹਾਸਿਲ ਕੀਤਾ। ਹਾਂ ਥੋੜ੍ਹਾ ਜਿਹਾ ਮੈਂ ਉਹਨਾਂ ਦਾ ਇਹ ਦੱਸ ਦਿਆਂ ਕਿ ਜਿਹੜੀ ਉਹਨਾਂ ਦੀ ਪ੍ਰਾਇਮਰੀ ਲਾਈਫ ਸੀਗੀ ਜੀ। ਹਾਂ ਪਿਆਰੇ ਦਰਸ਼ਕੋ ਤਥਾਗਤ ਗੌਤਮ ਬੁੱਧ ਤੇ ਉਹ ਬਾਅਦ 'ਚ ਬਣੇ ਆ ਪਰ ਤਥਾਗਤ ਗੌਤਮ ਜਿਹੜੇ ਸੀਗੇ ਸਿਧਾਰਥ ਗੌਤਮ ਸੀਗੇ ਇੱਕ ਸ਼ਹਿਜ਼ਾਦਾ ਸੀ ਜਿਹੜਾ ਕਿ 563 BCE ਦੇ ਵਿੱਚ ਨੇਪਾਲ ਲੂੰਬਨੀ ਕਪਿਲਵਾਸਤੂ ਦੇ ਵਿੱਚ ਰਾਜਧਾਨੀ ਸੀਗੀ ਉੱਥੇ ਪੈਦਾ ਹੋਇਆ। ਇੱਕ ਲੂੰਬਨੀ ਪਿੰਡ ਹੈਗਾ ਔਰ ਉੱਥੇ ਇੱਕ ਦਰਖਤ ਦੇ ਥੱਲੇ ਉਹਨਾਂ ਦਾ ਜਨਮ ਹੋਇਆ। ਉਹ ਇਹ ਸੀਗਾ ਕਿ ਇਹਨਾਂ ਦੀ ਮਾਤਾ ਜੀ ਜਿਹੜੀ ਸੀਗੀ ਉਹ ਮਹਾਮਾਇਆ ਔਰ ਪਿਤਾ ਜੀ ਸ਼ੁਧੋਧਨ ਰਾਜਾ ਸੀ ਔਰ ਮਾਤਾ ਜੀ ਜਦੋਂ ਸੀਗੇ ਗਰਭਵਤੀ ਤਾਂ ਉਹ ਆਪਣੇ ਪੇਕਿਆਂ ਦੇ ਗਏ ਔਰ ਰਸਤੇ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਉਹ ਡੋਲੀ ਚੱਕੀ ਜਾਂਦੇ ਹੁੰਦੇ ਆ ਔਰ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਥੋੜ੍ਹਾ ਜਿਹਾ ਆਰਾਮ ਕਰਨਾ। ਇੱਕ ਉੱਥੇ ਬਾਗ ਆਇਆ ਬਹੁਤ ਸੋਹਣਾ ਆਇਆ ਔਰ ਉਹਨਾਂ ਨੇ ਫਿਰ ਤੁਰ ਕੇ ਦੇਖਣਾ ਚਾਹਿਆ ਔਰ ਉੱਥੇ ਅਚਾਨਕ ਹੀ ਉਹਨਾਂ ਦਾ ਜਨਮ ਹੋ ਗਿਆ ਜੀ। ਹਾਂਜੀ। ਔਰ ਉਹਨਾਂ ਦਾ ਫਿਰ ਥੋੜ੍ਹੀ ਦੇਰ ਤੋਂ ਬਾਅਦ ਤਕਰੀਬਨ ਉਹ 7 ਸਾਲ ਦੇ ਸੀਗੇ ਜਦੋਂ ਕਿ ਉਹਨਾਂ ਦੀ ਮਾਤਾ ਜੀ ਜਿਹੜੀ ਸੀ ਉਹ ਸੁਰਗਵਾਸ ਹੋ ਗਈ, ਉਹਨਾਂ ਦਾ ਦੇਹਾਂਤ ਹੋ ਗਿਆ ਔਰ ਬਚਪਨ ਦੇ ਵਿੱਚ ਹੀ ਉਹਨਾਂ ਨੇ ਮਤਲਬ ਮਾਂ ਦਾ ਪਿਆਰ ਸਿਰਫ 7 ਸਾਲ ਦੀ ਉਮਰ ਦੇ ਤੱਕ ਮਾਣਿਆ ਔਰ 16 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਹੋ ਗਈ ਯਸ਼ੋਧਰਾ ਦੇ ਨਾਲ ਔਰ ਇੱਕ ਬੱਚਾ ਵੀ ਪੈਦਾ ਹੋਇਆ ਔਰ ਉਹਨਾਂ ਦਾ ਜਿਹੜਾ ਸੀਗਾ ਇੱਕ ਕਹਿੰਦੇ ਆ ਕਿ ਗੋਤ ਉਹ ਸ਼ਾਕਿਆ ਸੀਗਾ। ਕਿਉਂ ਜੀ? ਹਾਂਜੀ। ਔਰ ਸ਼ਾਕਿਆ ਗੋਤ ਸੀਗਾ ਔਰ ਉੱਥੇ ਇੱਕ ਗੱਲ ਚੱਲਦੀ ਸੀਗੀ ਸ਼ਾਕਿਆ ਔਰ ਕੋਲੀਆਂ 'ਚ ਦੂਜਾ ਗੋਤ ਸੀਗਾ ਉਹਨਾਂ ਦੇ ਵਿੱਚ ਗੜਬੜ ਚੱਲਦੀ ਰਹਿੰਦੀ ਸੀ, ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਉਹਨਾਂ ਦੇ ਇੱਕ ਸੈਂਟਰ ਦੇ ਵਿੱਚ ਹੀ ਜਿਹੜਾ ਨਾ ਨੇਪਾਲ ਦੇ ਵਿੱਚ ਇੱਕ ਦਰਿਆ ਜਾਂਦਾ ਸੀਗਾ ਜਿਹੜਾ ਕਿ ਰੋਹਣੀ ਨਦੀ ਸੀਗੀ ਔਰ ਇੱਕ ਕੁੱਲ ਜਿਹੜੀ ਸੀ ਇੱਕ ਪਾਸੇ ਰਹਿੰਦੀ ਦੂਜੀ ਕੁੱਲ ਦੂਸਰੇ ਪਾਸੇ ਰਹਿੰਦੀ, ਪਾਣੀ ਤੋਂ ਝਗੜਾ ਰਹਿੰਦਾ ਸੀਗਾ ਔਰ ਇੱਕ ਦਿਨ ਗੱਲ ਇੱਥੋਂ ਤੱਕ ਆਈ ਕਿ ਪੰਚਾਇਤ ਕੀਤੀ ਆਪਣੇ ਸ਼ਾਕਿਆਂ ਨੇ ਔਰ ਜਿਹੜਾ ਕਮਾਂਡਰ ਸੀਗਾ ਉਹ ਕਹਿੰਦਾ ਵੀ ਇੱਕ ਵਾਰੀ ਜਿਸ ਤਰ੍ਹਾਂ ਕਹਿੰਦੇ ਆ ਵੀ ਕੱਟਾ ਕੱਟੀ ਕੱਢ ਲਓ ਜੀ। ਹਾਂਜੀ ਭਈ ਮੈਂ ਚਾਹੁੰਦਾ ਆ ਭਈ ਮੈਨੂੰ ਇਜਾਜ਼ਤ ਮਿਲੀ ਤਾਂ ਅਸੀਂ ਮੰਨ ਲਓ ਉਹਨਾਂ 'ਤੇ ਅਟੈਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਈਏ, ਰੋਜ਼ ਲੜਾਈ ਰਹਿੰਦੀ ਆ
ਔਰ ਤਥਾਗਤ ਜਿਹੜੇ ਸੀਗੇ ਆਪਣੇ ਸ਼ਹਿਜ਼ਾਦਾ ਗੌਤਮ ਉਹ 28 ਸਾਲ ਦੇ ਸੀਗੇ, 27 ਸਾਲ ਦੇ ਸੀਗੇ। ਉਹ ਕਹਿੰਦੇ ਵੀ ਨਹੀਂ, ਲੜਾਈ ਇਹਦਾ ਹੱਲ ਨਹੀਂ ਹੈਗਾ। ਅਖੀਰ ਇਹ ਆ ਕਿ ਕਿਉਂਕਿ ਉਹ ਜੰਗ ਸੀਗੇ ਔਰ ਦੂਸਰੇ ਜਿਹੜੇ ਸ਼ਾਕਿਆ ਸੀਗੇ ਉਹਨਾਂ ਦੀ ਪੰਚਾਇਤ ਇਕੱਠੀ ਹੋਈ ਸੀਗੀ। ਜਿਹੜਾ ਸ਼ਾਕਿਆ ਸੰਘ ਸੀ ਨਾ ਉਹਦਾ ਮੈਂਬਰ ਸੀਗਾ ਤਾਂ ਉਹਦਾ ਡਿਸੀਜਨ ਮੰਨਣਾ ਪੈਂਦਾ ਸੀ ਸਾਰਾ। ਬਿਲਕੁਲ ਬਿਲਕੁਲ, ਹਾਂਜੀ ਮੈਂ ਸ਼ਾਰਟਕਟ ਕਰਦਾ। ਹਾਂਜੀ, ਉਹ ਸ਼ਾਕਿਆ ਸੰਘ ਸੀਗਾ, ਉਹਦਾ ਡਿਸੀਜਨ ਮੰਨਣਾ ਪੈਂਦਾ, ਜਿਸ ਤਰ੍ਹਾਂ ਦਵਿੰਦਰ ਨੂੰ ਨਹੀਂ ਕਿਹਾ। ਔਰ ਇਹ ਆ ਕਿ ਉਹਨਾਂ ਦੀ ਗੱਲ ਜਿਹੜੀ ਤਥਾਗਤ ਸਿਧਾਰਥ ਗੌਤਮ ਦੀ ਜਿਹੜੀ ਸੀਗੀ ਉਹ ਗੱਲ ਪੂਰੀ ਨਹੀਂ ਹੋਈ। ਔਰ ਉੱਥੇ ਫਿਰ ਇਹ ਗੱਲ ਆਈ ਪਈ, ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਇਹ ਮਤਲਬ ਜਿਹੜਾ ਹੈਗਾ ਸਾਰੀ ਰਾਜਗੱਦੀ ਛੱਡ ਜਾਊਂਗਾ। ਜਾਂ ਉਹਨਾਂ ਨੇ ਕਿਹਾ ਤੈਨੂੰ ਛੱਡਣੀ ਪਊਗੀ। ਇਹਨਾਂ ਨੂੰ ਸਜ਼ਾ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਸਟੈਂਡ ਉਹ ਤੁਹਾਡੇ ਨਾਲ ਨਹੀਂ ਸਹਿਮਤ ਹੋਣਾ, ਮੈਂ ਰਾਜਗੱਦੀ ਛੱਡ ਦਿੰਦਾ। ਔਰ ਪਰ ਉਹਨਾਂ ਦੇ ਦਿਲ ਦੇ ਵਿੱਚ ਇਹ ਸੱਟ ਸੀਗੀ ਕਿ ਇਹ ਲੋਕ ਲੜਦੇ ਕਿਉਂ ਆ, ਲੜਾਈ ਕਿਉਂ ਹੁੰਦੀ ਆ, ਈਰਖਾ ਕਿਉਂ ਹੈਗੀ ਆ, ਇੱਕ ਦੂਸਰੇ ਦੇ ਖਿਲਾਫ ਈਰਖਾ ਕਿਉਂ, ਲੋਭ ਕਿਉਂ, ਇੱਕ ਦੂਜੇ ਦੇ ਖਿਲਾਫ ਇੰਨਾ ਤਸ਼ੱਦਦ ਕਿਉਂ ਆ, ਕਰਨਾ ਕਿਉਂ ਨਹੀਂ, ਪਿਆਰ ਕਿਉਂ ਨਹੀਂ, ਸਮਝੇ ਨਾ। ਇਹੋ ਜਿਹਾ ਸਵਾਲ ਉਹਨਾਂ ਦੇ ਮਨ ਦੇ ਵਿੱਚ ਉੱਠਦੇ ਸੀਗੇ। ਔਰ ਇਹ ਸਾਰਾ ਕੁਝ ਛੱਡ ਕੇ ਉਹ ਇੱਕ ਮਤਲਬ ਨੇਪਾਲ ਤੋਂ ਆਪਣੇ ਯੂਪੀ ਵੱਲ ਨੂੰ ਆ ਗਏ। ਰਾਜਗਰਾ ਔਰ ਇੱਕ ਰਾਜੇ ਦਾ ਰਾਜ ਸੀਗਾ, ਉੱਥੇ ਇੱਕ ਬਨਵਾਸ ਦੇ ਵਿੱਚ ਉਹਨਾਂ ਨੇ ਕੁੱਲੀ ਬਣਾ ਲਈ। ਹਾਂਜੀ ਤੁਸੀਂ ਹਾਂ, ਮਤਲਬ ਐਕਚੁਅਲੀ ਇਹੀ ਜਿਹੜਾ ਸੀਗਾ ਕਾਰਨ ਬਣਿਆ ਸੀ ਉਹਨਾਂ ਦੇ ਘਰ ਗ੍ਰਹਿ ਤਿਆਗ ਦਾ ਕਰਕੇ। ਜਿਹੜਾ ਉਹ ਕੰਡੀਸ਼ਨ ਸੀਗੀ ਸੈਨਾਪਤੀ ਨੇ, ਜਿਹੜੀ ਸਾਕਿਆ ਸੰਘ ਦੀ ਸੀ ਨਾ ਕੰਡੀਸ਼ਨ ਸੀ ਵੀ ਸਾਰਿਆਂ ਨੂੰ ਕਹਿਣਾ ਉਹਦਾ ਮੰਨਣਾ ਪੈਂਦਾ ਸੀ। ਬਿਲਕੁਲ ਬਿਲਕੁਲ, ਵੀ ਜਿਹੜਾ ਨਹੀਂ ਸੀ ਮੰਨਦਾ ਫਿਰ ਉਹਦੇ ਲਈ ਉਹ ਸਜ਼ਾ ਮਿਲ ਸਕਦੇ ਸੀਗੇ ਜੀ। ਸਜ਼ਾ ਇਹ ਸੀ ਜਾਂ ਤਾਂ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ, ਬਿਲਕੁਲ, ਫਾਂਸੀ ਵੀ ਲਾਈ ਜਾ ਸਕਦੀ ਸੀ, ਜਾਂ ਉਹਨਾਂ ਦੇ ਘਰਦਿਆਂ ਦਾ ਜਿਹੜਾ ਬਾਈਕਾਟ ਕਰਕੇ ਉਹਨਾਂ ਦੀ ਜਿਹੜੀ ਜ਼ਮੀਨ ਵਗੈਰਾ ਉਹ ਹੜੱਪੀ ਜਾ ਸਕਦੀ ਸੀ। ਬਿਲਕੁਲ ਬਿਲਕੁਲ, ਹਾਂਜੀ। ਜਿਹੜੇ ਸਿਧਾਰਥ ਗੌਤਮ ਕਹਿੰਦੇ ਵੀ ਮੈਨੂੰ ਜੋ ਮਰਜ਼ੀ ਦੀ ਸਜ਼ਾ ਦਿਓ, ਪਰ ਕਹਿੰਦੇ ਮੈਂ ਜਿਹੜੀ ਪਾਣੀ ਵਾਸਤੇ ਖੂਨ ਬਹਾਉਣ ਦੇ ਹੱਕ ਵਿੱਚ ਨਹੀਂ ਹੈਗਾ। ਬਿਲਕੁਲ, ਸੋ ਇਸ ਕਰਕੇ ਫਿਰ ਉਹਨਾਂ ਨੇ ਕਰਕੇ ਇਹ ਐਕਚੁਅਲੀ ਛੋਟੇ ਰਾਜਾ ਸੀਗਾ, ਜਿੱਦਾਂ ਇਹ ਕਹਿੰਦੇ ਤੇ ਕੌਸ਼ਲ ਰਾਜਾ ਸੀਗਾ, ਉਹ ਉਹਦੇ ਅਧੀਨ ਸੀਗੇ ਇਹ। ਤੇ ਉਹ ਕਹਿੰਦੇ ਵੀ ਸੈਨਾਪਤੀ ਕਹਿੰਦਾ ਵੀ ਜੇ ਤੈਨੂੰ ਫਾਂਸੀ ਦਿੱਤੀ ਜਾਂ ਤੈਨੂੰ ਦੇਸ਼ ਨਿਕਾਲਾ ਦਿੱਤਾ, ਕੌਸ਼ਲ ਰਾਜੇ ਨੇ ਕਹਿਣਾ ਵੀ ਤੁਸੀਂ ਉਹਨੂੰ ਕੱਢਿਆ ਤੇ ਜਿਹੜੀ ਸਾਡੇ ਤੇ ਬੰਦਿਸ਼ ਹੋਰ ਵੀ ਹੋ ਜਾਊਗੀ। ਇਸ ਕਰਕੇ ਇਹ ਸੂਤ ਨਹੀਂ ਹੈਗਾ, ਅਸੀਂ ਜਿਹੜਾ ਕਰ ਸਕਦੇ ਹਾਂ ਤੁਹਾਡੇ ਬਾਈਕਾਟ ਕਰਾਂਗੇ, ਤੁਹਾਡੀ ਪ੍ਰਾਪਰਟੀ ਜ਼ਬਤ ਕਰਾਂਗੇ। ਤੇ ਜਿਹੜੇ ਮਤਲਬ ਸਿਧਾਰਥ ਗੌਤਮ ਕਹਿੰਦੇ ਵੀ ਦੋਸ਼ ਮੇਰਾ ਆ, ਮੇਰੇ ਘਰਦਿਆਂ ਦਾ ਨਹੀਂ ਹੈ। ਬਿਲਕੁਲ, ਜੇ ਤੁਸੀਂ ਕਹੋ ਤਾਂ ਮੈਨੂੰ ਜਿਹੜਾ ਦੋਸ਼ ਦੇਣਾ ਦੇ ਦਿਓ। ਪਰ ਫਿਰ ਜਿਹੜਾ ਆਊਟਕਮ ਉਹਨੇ ਕਿਹਾ ਵੀ ਮੈਂ ਇੱਦਾਂ ਕਰਦਾ ਵੀ ਜਿਹੜਾ ਦੇਸ਼ ਨਿਕਾਲਾ ਆਪ ਲੈ ਲੈਂਦਾ ਆ। ਬਿਲਕੁਲ। ਔਰ ਮੈਂ ਕਹੂੰਗਾ ਵੀ ਮੈਂ ਸੰਨਿਆਸੀ ਹੋ ਕੇ ਚੱਲਿਆ। ਸੋ ਇਸ ਤਰੀਕੇ ਨਾਲ ਜਿਹੜਾ ਤੁਹਾਡੇ ਤੇ ਵੀ ਕੋਈ ਬਲੇਮ ਨਹੀਂ ਆਊਗਾ। ਬਿਲਕੁਲ। ਤਾਂ ਫਿਰ ਜਿਹੜਾ ਆਪਣੇ ਸਾਡੇ ਪੇਰੈਂਟਸ ਵੀ ਜਿਹੜੇ ਹੈਗੇ, ਉਹ ਮੇਰੇ ਮਾਤਾ ਪਿਤਾ ਜਾਂ ਪਰਿਵਾਰ, ਉਹਨਾਂ ਦੇ ਉੱਤੇ ਵੀ ਕੋਈ ਇਲਜ਼ਾਮ ਨਹੀਂ ਆਊਗਾ, ਜਾਂ ਕੋਈ ਉਹ ਵੀ ਸੁਰੱਖਿਅਤ ਰਹਿਣਗੇ। ਸੋ ਇਸ ਤਰੀਕੇ ਨਾਲ ਹੋਈ ਸੀ ਇਹ ਘਰ ਛੱਡਣ ਦਾ, ਗ੍ਰਹਿ ਤਿਆਗ ਦਾ ਐਕਚੁਅਲੀ ਕਾਰਨ ਬਣਿਆ। ਆਮ ਲੋਕ ਕਈ ਵਾਰੀ ਇਹ ਕਰਦੇ ਆ ਕਿ ਉਹਨਾਂ ਨੇ ਇੱਕ ਬਜ਼ੁਰਗ ਆਦਮੀ ਦੇਖਿਆ, ਇੱਕ ਬਿਮਾਰ ਨੂੰ ਦੇਖਿਆ, ਫਿਰ ਇੱਕ ਜਨਾਜ਼ਾ ਦੇਖਿਆ, ਸੋ ਇਸ ਕਰਕੇ ਉਹਨਾਂ ਨੇ ਗ੍ਰਹਿ ਤਿਆਗ ਕੀਤਾ, ਰਾਤ ਨੂੰ ਕੀਤਾ। ਇੱਦਾਂ ਦੀ ਗੱਲ ਨਹੀਂ ਹੈ। ਉਹਨਾਂ ਨੇ ਆਪਣਾ ਹੋਸ਼-ਹਵਾਸ ਵਿੱਚ ਆਪਣੇ ਪੇਰੈਂਟਸ ਦੀ ਇਜਾਜ਼ਤ ਨਾਲ, ਆਪਣੇ ਪਤੀ ਦੀ ਇਜਾਜ਼ਤ ਨਾਲ, ਪਤਨੀ ਦੀ ਇਜਾਜ਼ਤ ਨਾਲ ਉਹਨੂੰ ਦੱਸ ਕੇ ਗ੍ਰਹਿ ਤਿਆਗ ਕੀਤਾ। ਬਿਲਕੁਲ। ਔਰ ਜਦੋਂ ਉਹ ਗ੍ਰਹਿ ਤਿਆਗ ਕਰਕੇ ਚਲੇ ਜਾਂਦੇ ਆ ਨਾ, ਪਿੱਛੇ ਉਹਨਾਂ ਦਾ ਸੁਨੇਹਾ ਵੀ ਭੇਜਿਆ ਜਾਂਦਾ ਵੀ ਜਿਹੜਾ ਤੁਹਾਡੀ ਕੰਡੀਸ਼ਨ ਸੀਗੀ, ਸ਼ਰਤ ਸੀਗੀ, ਉਹ ਮੰਨ ਲਈ ਗਈ ਆ। ਜਿਹੜਾ ਬੈਠ ਕੇ ਸਮਝੌਤਾ ਕਰ ਲਿਆ ਗਿਆ ਜਾਂ ਕਰ ਲਵਾਂਗੇ ਵੀ ਤੁਸੀਂ ਵਾਪਸ ਆ ਜਾਓ। ਕਹਿੰਦੇ ਨਹੀਂ, ਹੁਣ ਮੈਂ ਨਹੀਂ ਆਇਆ ਤੇ ਜਿਹੜਾ ਜਿਸ ਮਕਸਦ ਲਈ ਮੈਂ ਆਇਆ, ਮਤਲਬ ਦੁੱਖਾਂ ਦਾ ਜਿਹੜਾ ਕਾਰਨ ਹੈਗਾ ਉਹਦਾ ਲੱਭ ਕੇ ਕੋਈ ਨਾ ਕੋਈ ਹੱਲ ਲੱਭ ਕੇ ਆਊਗਾ। ਹਾਂਜੀ। ਔਰ ਉਸ ਤੋਂ ਬਾਅਦ ਉਹਨਾਂ ਨੇ ਤਪੱਸਿਆ ਕੀਤੀ ਜੀ। 6 ਸਾਲ 6 ਸਾਲ ਤਪੱਸਿਆ ਕੀਤੀ। 6 ਸਾਲ ਤਪੱਸਿਆ ਕੀਤੀ। ਰਿਸ਼ੀਆਂ ਮੁਨੀਆਂ ਦੇ ਮਤਲਬ ਡੇਰਿਆਂ 'ਤੇ ਗਏ ਔਰ ਉਹਨਾਂ ਨੇ ਜਿਸ ਤਰ੍ਹਾਂ ਵੀ ਕਿਹਾ ਉਹਨਾਂ ਨੇ ਉਸ ਤਰ੍ਹਾਂ ਹੀ ਤਪੱਸਿਆ ਕੀਤੀ। ਔਰ ਜੰਗਲਾਂ ਦੇ ਵਿੱਚ ਅੱਧੀ ਰਾਤ ਹਨੇਰੇ ਦੇ ਵਿੱਚ ਵੀ ਘੁੰਮ ਕੇ ਔਰ ਭੁੱਖੇ ਵੀ ਰਹਿ ਕੇ ਵਰਤ ਵੀ ਰੱਖੇ, ਤਪੱਸਿਆ ਵੀ ਕੀਤੀ, ਆਪਣੇ ਸਰੀਰ ਨੂੰ ਕਸ਼ਟ ਵੀ ਦਿੱਤਾ। ਔਰ ਕਹਿੰਦੇ ਹਨ ਕਿ ਇੱਕ ਦਫਾ ਉਹ ਇੰਨੀ ਤਪੱਸਿਆ ਉਹਨਾਂ ਨੇ ਕੀਤੀ, ਬੈਠੇ ਰਹੇ ਕਿ ਥੱਲਿਓਂ ਜਿਹੜਾ ਘਾਹ ਉਹ ਉੱਗ ਕੇ ਉਹਨਾਂ ਦੇ ਸਿਰ ਤੱਕ ਚਲਾ ਗਿਆ। ਔਰ ਖਾਣਾ ਜਿਹੜਾ ਹੈਗਾ ਉਹ ਇਹ ਸੀਗਾ ਕਿ ਉਹ ਘਾਹ ਦੀਆਂ ਜਿਹੜੀਆਂ ਜੜ੍ਹਾਂ ਸੀਗੀਆਂ ਉਹ ਵੀ ਖਾਂਦੇ ਰਹੇ ਪੱਟ ਕੇ।
ਔਰ ਉਸ ਤੋਂ ਬਾਅਦ ਉਹਨਾਂ ਦਾ ਖਾਣਾ ਜਿਹੜਾ ਇੱਥੋਂ ਤੱਕ ਆ ਗਿਆ ਕਿ ਇੱਕ ਚੌਲਾਂ ਦੇ ਦਾਣੇ ਤੇ ਆ ਗਿਆ ਜੀ। ਔਰ ਉਹਨਾਂ ਦਾ ਜੇ ਹੱਥ ਲਾਓ ਪੇਟ ਨੂੰ, ਪਿਆਰੇ ਦਰਸ਼ਕੋ, ਕਹਿੰਦੇ ਆ ਕਿ ਉਹ ਪਿਛਲੇ ਪਸਲੀਆਂ ਨੂੰ ਜਾ ਲੱਗਦਾ ਸੀਗਾ ਜੀ। ਹਾਂਜੀ, ਇੰਨੀ ਉਹਨਾਂ ਨੇ ਆਪਣੇ ਆਪ ਨੂੰ ਕਸ਼ਟ ਦਿੱਤਾ। ਔਰ ਉਹਨਾਂ ਦੇ ਨਾਲ ਜਿਹੜੇ ਰਾਜਗੀਰਾ ਦੇ ਵਿੱਚ 5 ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਰਲੇ ਸੀਗੇ, ਉਹ ਵੀ ਨਾਲ ਤਪੱਸਿਆ ਕਰਦੇ ਰਹੇ। ਔਰ ਅਖੀਰ ਜਿਹਲੇ ਇਹ ਆ, ਕਿਉਂਕਿ ਟਾਈਮ ਦਾ ਵੀ ਅਸੀਂ ਖਿਆਲ ਰੱਖਦੇ ਹਾਂ, ਜੇ ਗੱਲ ਕਰੀਏ ਤਾਂ 2 ਘੰਟੇ ਇਹਦੇ 'ਤੇ ਲਾਉਣੇ ਚਾਹੀਦੇ ਘੱਟੋ ਘੱਟ। ਔਰ ਇਹ ਹੈ ਕਿ ਉਹਨਾਂ ਨੇ ਆਪਣੀ ਤਪੱਸਿਆ ਜਿਹੜੀ ਆ ਉਹ ਛੱਡ ਦਿੱਤੀ। ਉਹਨਾਂ ਨੇ ਕਿਹਾ ਕਿ ਭੁੱਖੇ ਰਹਿ ਕੇ ਔਰ ਆਪਣੇ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਤੰਗ ਕਰਕੇ ਸਰੀਰਕ ਤੌਰ 'ਤੇ ਤੁਸੀਂ ਆਪਣੀ ਜਿਹੜੀ ਸਮੱਸਿਆ ਉਹਦਾ ਹੱਲ ਨਹੀਂ ਲੱਭ ਸਕਦੇ ਜੀ। ਉਹਨਾਂ ਨੂੰ ਕੁਛ ਪੱਲੇ ਨਹੀਂ ਪਿਆ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਇਹੋ ਤਪਸਵੀ ਮੈਨੂੰ ਜੋ ਵੀ ਜਾਦੂ ਮੰਤਰ ਟੂਣੇ ਔਰ ਢੰਗ ਦੱਸਦੇ ਸੀਗੇ, ਇਹ ਬਿਲਕੁਲ ਬੇਅਰਥ ਹਨ। ਇਹਨਾਂ ਦੇ ਨਾਲ ਜਿਹੜੀ ਹੈਗੀ ਆ ਇਹ ਆ ਕਿ ਮੁਕਤੀ ਨਹੀਂ ਮਿਲ ਸਕਦੀ। ਮੇਰੇ ਮਨ ਦੀ ਜਿਹੜੀ ਹੈਗੀ ਆ ਚਾਹ ਉਹ ਮੈਨੂੰ ਨਹੀਂ ਮਿਲ ਰਹੀ। ਔਰ ਇਸ ਦੌਰਾਨ 'ਚ ਉਹਨਾਂ ਨੇ ਆਪਣੇ ਜਿਹੜੇ ਆ ਤਪੱਸਿਆ ਔਰ ਆਪਣੀਆਂ ਜਿਹੜੀਆਂ ਸਮਾਧੀਆਂ ਹੈਗੀਆਂ ਔਰ ਆਪਣੇ ਆਪ ਨੂੰ ਤੰਗ ਕਰਨਾ, ਭੁੱਖੇ ਰਹਿਣਾ, ਵਰਤ ਰੱਖਣੇ, ਇਹ ਛੱਡ ਦਿੱਤੇ। ਔਰ ਫਿਰ ਕੀ ਹੋਇਆ ਜੀ? ਆਪਣੇ ਆਪ ਨੂੰ ਤਸੀਹੇ ਦੇਣੇ ਬੰਦ ਕੀਤੇ ਜੀ ਉਹਨਾਂ ਨੇ। ਫਿਰ ਇੱਕ ਸੁਜਾਤਾ ਨਾਮ ਦੀ ਲੜਕੀ ਸੀਗੀ ਜਿਨ੍ਹਾਂ ਨੇ ਉਹਨਾਂ ਨੂੰ ਖੀਰ ਇੱਕ ਵਾਰੀ ਖਿਲਾਈ ਤੇ ਉਹਦੇ ਨਾਲ ਫਿਰ ਜਿਹੜੀ ਸਰੀਰ ਵਿੱਚ ਥੋੜੀ એનર્ਜੀ ਆਈ। ਤਾਂ ਫਿਰ ਉਹਨਾਂ ਨੇ ਮਤਲਬ ਪਹਿਲਾਂ ਇਹੀ ਤੈਅ ਕੀਤਾ ਸੀ ਵੀ ਭੁੱਖੇ ਰਹਿ ਕੇ ਤਾਂ ਮਰ ਹੀ ਸਕਦਾ ਬੰਦਾ। ਜਿਹੜਾ ਬੰਦਾ ਆਪਣੀ ਸਿਹਤ ਦੀ ਮਤਲਬ ਨਹੀਂ ਹੈ ਤਾਂ ਉਹ ਮਨ ਦੀ ਵੀ ਜਿਹੜੀ ਲੁੱਕ ਆਫਟਰ ਨਹੀਂ, ਆਪਣਾ ਖਿਆਲ ਨਹੀਂ ਰੱਖ ਸਕਦਾ। ਸੋ ਫਿਰ ਉਹਨਾਂ ਨੇ ਹੋਰ ਸਾਧਨਾ ਕੀਤੀ, ਪਰ ਉਹ ਤੰਦਰੁਸਤੀ ਦੇ ਵਿੱਚ। ਤਾਂ ਫਿਰ ਉਹਨਾਂ ਨੂੰ ਮਤਲਬ ਜਦੋਂ ਟਾਈਮ ਆਇਆ ਤਾਂ ਉਹਨਾਂ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ। ਬਿਲਕੁਲ। ਔਰ ਫਿਰ ਉਹਨਾਂ ਨੇ ਸੋਚਿਆ ਕਿ ਜਿਹੜੀ ਮੈਨੂੰ ਗਿਆਨ ਦੀ ਪ੍ਰਾਪਤੀ ਹੋਈ ਆ ਵੀ ਐਡਾ ਵੱਡਾ ਗਿਆਨ ਜਿਹੜਾ ਮੈਂ ਇੰਨਾ ਹਾਸਲ ਕੀਤਾ ਹੈਗਾ, ਜਦੋਂ ਮੈਨੂੰ ਪਤਾ ਲੱਗਾ ਹੈਗਾ ਆ ਵੀ ਕੀ ਇਹ ਮੈਂ ਲੋਕਾਂ ਨਾਲ ਸਾਂਝਾ ਕਰਾਂ ਜਾਂ ਆਪਣੇ ਕੋਲ ਹੀ ਰੱਖਾਂ। ਬਿਲਕੁਲ। ਹਾਂਜੀ, ਜੇ ਮੈਂ ਆਪਣੇ ਕੋਲ ਹੀ ਰੱਖਾਂ ਤਾਂ ਇਹਦਾ ਕੋਈ ਲਾਭ ਨਹੀਂ ਹੈ। ਮੈਨੂੰ ਤਾਂ ਲਾਭ ਹੈਗਾ, ਪਰ ਪਬਲਿਕ ਨੂੰ ਜਾਂ ਲੋਕਾਂ ਨੂੰ ਇਹਦਾ ਕੋਈ ਲਾਭ ਨਹੀਂ ਹੈ। ਪਰ ਜੇ ਲੋਕਾਂ ਨੂੰ ਦੱਸਾਂ ਕੀ ਲੋਕ ਇਹਨੂੰ ਸਮਝਣਗੇ। ਮੈਂ ਤਾਂ ਇੰਨੀ ਤਪੱਸਿਆ ਕਰਕੇ ਜਾਂ ਇੰਨੇ ਸਾਧਨਾ ਕਰਕੇ, ਇੰਨੀ ਮੈਡੀਟੇਸ਼ਨ ਕਰਕੇ ਸਾਰਾ ਕੁਝ ਹਾਸਲ ਕੀਤਾ ਹੈਗਾ। ਫਿਰ ਉਹ ਇੱਕ ਵਾਰੀ ਕਹਿੰਦੇ ਜਿਹੜਾ ਸੀਗੇ ਤਲਾਬ ਕਮਲ ਫੁੱਲ ਹੈ ਨਾ ਕਮਲ ਦੇ, ਉਸ ਕਮਲ ਦੇ ਫੁੱਲਾਂ ਦਾ ਤਲਾਬ ਦੇ ਉੱਤੇ ਮਤਲਬ ਵਿਚਰਦੇ ਆ ਤਾਂ ਉਹ ਦੇਖਦੇ ਆ ਵੀ ਜਿਹੜਾ ਤਲਾਬ ਦੇ ਵਿੱਚ ਕਮਲ ਆ, ਕੁਛ ਕਮਲ ਪੂਰੇ ਖਿੜੇ ਹੋਆ, ਕੁਛ ਹਾਲੇ ਅੱਧੇ ਖਿੜੇ ਆ, ਕੁਛ ਹਾਲੇ ਕਲੀ ਆ, ਕੁਛ ਹਾਲੇ ਪਾਣੀ ਦੇ ਅੰਦਰ ਹੀ ਆ। ਉਹਨੇ ਦੇਖਿਆ ਵੀ ਦੁਨੀਆ ਵੀ ਇਸੇ ਤਰੀਕੇ ਦੀ ਆ, ਜਿਹਦੇ ਵਿੱਚ ਕੁਛ ਇਨਸਾਨ ਆ ਪੂਰੇ ਖਿੜੇ ਹੈਗੇ ਆ। ਹਾਂਜੀ, ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਨਾਮੋ ਵਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ ਭਾਜੀ। ਮਿੰਦੋ ਰਤੂ ਜੀ, ਭੈਣ ਜੀ ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਕੀ ਕਹਿਣਾ ਚਾਹੁੰਦੇ? ਮੈਂ ਤਾਂ ਤੁਹਾਨੂੰ ਕਿਹੜੀ ਗੱਲ ਕਵਾਂ ਕਿ ਮੈਂ ਤੁਹਾਨੂੰ ਲੱਖ ਲੱਖ ਵਾਰੀ ਪ੍ਰਣਾਮ ਕਰਦੀ ਦੋਨਾਂ ਨੂੰ ਕਿ ਭਗਵਾਨ ਬੁੱਧ ਜੀ ਦਾ ਕੱਲ ਜਨਮ ਦਿਨ ਸੀਗਾ ਜੀ। ਭਗਵਾਨ ਬੁੱਧ ਜੀ ਇੱਕ ਉਹ ਇਨਸਾਨ ਦੁਨੀਆ ਤੇ ਹੋਏ ਆ ਜਿਨ੍ਹਾਂ ਸੁੱਚੇ ਤਾਂ ਸੱਚਾ ਧਰਮ ਸੀਗਾ। ਬਿਲਕੁਲ। ਉਹਨਾਂ ਨੇ ਕੋਈ ਹੇਰਾ ਫੇਰੀ ਝੂਠ ਨਹੀਂ ਬੋਲਿਆ, ਉਹਨਾਂ ਨੇ ਹਰ ਇੱਕ ਦਾ ਭਲਾ ਕੀਤਾ ਜੀ। ਜੇ ਬਾਬਾ ਸਾਹਿਬ ਜੀ ਨੇ ਸੰਵਿਧਾਨ ਬਣਾਇਆ ਤਾਂ ਉੱਥੋਂ ਹੀ ਬਣਾਇਆ। ਬਾਬਾ ਸਾਹਿਬ ਜੀ ਨੇ ਕੋਈ ਊਚ ਨੀਚ ਨਹੀਂ, ਉਹਨੇ ਸਾਰਾ ਭਾਰਤ ਦਾ ਸੰਵਿਧਾਨ ਬਣਾਇਆ, ਇੱਕ ਦੂਏ ਦਾ ਨਹੀਂ ਬਣਾਇਆ। ਜੇ ਲੋਕੀ ਨਹੀਂ ਜਾਣਦੇ ਨਾ, ਇਹਨਾਂ ਤੋਂ ਬਗੈਰ ਭਾਰਤ ਕਦੇ ਜੀਂਦਾ ਨਹੀਂ ਰਹੂਗਾ। ਮੈਂ ਇਸ ਤੋਂ ਜ਼ਿਆਦਾ ਕੁਝ ਕਹਿ ਵੀ ਨਹੀਂ ਸਕਦੀ। ਥੈਂਕ ਯੂ, ਤੁਹਾਡਾ ਵੈਰੀ ਨਾਈਸ। ਬਹੁਤ ਬਹੁਤ ਮੈਂ ਤੁਹਾਨੂੰ ਦੋਨਾਂ ਨੂੰ ਪ੍ਰਣਾਮ ਕਰਦੀ ਹਾਂ। ਨਾਮੋ ਬੁੱਧਾ, ਜੈ ਭੀਮ, ਜੈ ਗੁਰਦੇਵ। ਨਾਮੋ ਬੁੱਧਾ, ਜੈ ਭੀਮ। ਪਿਆਰੇ ਦਰਸ਼ਕੋ, ਅੱਜ ਅਸੀਂ ਇਹ ਕਹਿਣਾ ਹੀ ਭੁੱਲ ਗਏ ਸ਼ੁਰੂ 'ਚ ਕਿ ਸਾਰੇ ਜਗਤ ਨੂੰ ਤਥਾਗਤ ਗੌਤਮ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਬਿਲਕੁਲ ਜੀ। ਔਰ ਅਸੀਂ ਇਹ ਪ੍ਰੋਗਰਾਮ ਜਿਹੜਾ ਅੱਜ ਕਾਂਸ਼ੀ ਟੀਵੀ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈਗਾ। ਦਵਿੰਦਰ ਜੀ, ਤੇ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਨਾ, ਫਿਰ ਉਹਨੇ ਕਿਹਾ ਵੀ ਕਿੱਥੋਂ ਸ਼ੁਰੂ ਕਰੀਏ। ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਅਲਾਰ ਕਲਾਮ ਵਗੈਰਾ ਵੀ ਜਿਨ੍ਹਾਂ ਦੇ ਕੋਲ ਉਹਨੇ ਸਿੱਖਿਆ ਲਈ ਸੀਗੀ। ਲਾਈਵ ਕਾਲ ਫੇ। ਠੀਕ ਹੈ ਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਪ੍ਰੇਮ ਮਾਨ ਜੀ, ਥੋੜਾ ਜਿਹਾ ਉੱਚਾ ਬੋਲਿਓ। ਹਾਂਜੀ, ਤੇ ਪਹਿਲੇ ਤੇ ਸਭ ਨੂੰ ਬੁੱਧ ਪੂਰਨਿਮਾ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ। ਬਾਬਾ ਸਾਹਿਬ ਨੇ ਦੁਨੀਆ ਦੇ ਸਭ ਤੋਂ ਮਹਾਨ ਪੜ੍ਹੇ ਲਿਖੇ ਲੋਕ
ਸਾਨੂੰ ਜੀ। ਤੇ ਉਹਨਾਂ ਨੇ ਜਿਹੜਾ ਬੁੱਧ ਧੰਮ ਦੀ ਤਕਰੀਬਨ 20-21 ਸਾਲ ਉਹਨਾਂ ਨੇ ਸਟੱਡੀ ਕੀਤੀ ਜੀ। ਉਸ ਸਟੱਡੀ ਤੋਂ ਬਾਅਦ ਉਹਨਾਂ ਨੂੰ ਇਹ ਬੁੱਧ ਧੰਮ ਜਿਹੜਾ ਹੈ ਨਾ ਉਹ ਸਾਡੇ ਪੂਰਵਜਾਂ ਦਾ ਪੁਰਾਣਾ ਧਰਮ ਸੀਗਾ ਜੀ। ਔਰ ਉਹਨਾਂ ਨੂੰ ਰਿਵਾਈਵ ਕੀਤਾ ਔਰ ਸਾਡੇ ਲੋਕਾਂ ਦੇ ਵਿੱਚ ਉਹਨਾਂ ਨੇ ਕਿਤੇ ਨਾ ਉਸ ਬੁੱਧ ਧੰਮ ਨੂੰ ਉਹ ਦੀਖਿਆ ਲਈ। ਔਰ ਸਾਡੇ ਲੋਕਾਂ ਨੇ ਬਾਕੀ ਤਾਂ ਸਾਰਾ ਕੁਝ ਅਸੀਂ ਉਹਨਾਂ ਦਾ ਲੈ ਲਿਆ, ਰਿਜ਼ਰਵੇਸ਼ਨ ਲੈ ਲਈ, ਪੜ੍ਹਨ ਦੇ ਹੱਕ ਲੈ ਕੇ ਦਿੱਤੇ, ਜ਼ਮੀਨਾਂ ਲੈਣ ਦੇ ਹੱਕ ਲੈ ਕੇ ਦਿੱਤੇ, ਕਿਹੜਾ ਨਹੀਂ ਲੈ ਕੇ ਦਿੱਤਾ, ਉਹ ਅਸੀਂ ਸਵੀਕਾਰ ਕਰ ਲਿਆ। ਲੇਕਿਨ ਜਿਹੜਾ ਉਹਨਾਂ ਨੇ ਅੱਛੀ ਚੀਜ਼ ਦੁਨੀਆ ਦੇ ਵਿੱਚ ਦਿੱਤੀ ਸਾਨੂੰ ਬੁੱਧ ਧੰਮ, ਉਹ ਸਾਡੇ ਲੋਕਾਂ ਨੇ ਹਾਲੇ ਤੱਕ ਵੀ ਸਵੀਕਾਰ ਨਹੀਂ ਕੀਤਾ। ਕਿਉਂਕਿ ਜਾਂ ਤਾਂ ਬਾਬਾ ਸਾਹਿਬ ਉਹ ਕਿਤੇ ਨਾ ਉਹਨਾਂ ਨੇ ਕੋਈ ਗਲਤੀ ਕੀਤੀ ਹੈ, ਜਾਂ ਸਾਡਾ ਜਿਹੜਾ ਸਮਾਜ ਹੈ ਇਹ ਅਨਪੜ੍ਹ ਹੈ, ਇਹਨਾਂ ਦੀ ਬੁੱਧੀ ਨਹੀਂ ਕੰਮ ਕਰਦੀ। ਤੇ ਸਾਡੇ ਸਮਾਜ ਨੂੰ ਚਾਹੀਦਾ ਕਿ ਕੋਈ ਇੱਕ ਧਾਮ ਆ ਦੁਨੀਆ ਦੇ ਵਿੱਚ ਜਿਹੜੀ ਮਾਨਵਤਾ ਦੀ ਗੱਲ ਕਰਦਾ, ਉਹ ਮਨੁੱਖ ਨੂੰ ਬਰਾਬਰ ਦੇ ਹੱਕ ਦਿੰਦਾ। ਬਿਲਕੁਲ। ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਬੁੱਧ ਧਾਮ ਹੀ ਇੱਕ ਆ ਬ੍ਰਾਹਮਣਵਾਦ ਨੂੰ ਜਿਹੜਾ ਇਸ ਵੇਲੇ ਆਪਣੇ ਹਿੰਦੂ ਤੋਂ ਚਲਾਉਣਾ ਚਾਹੁੰਦੇ ਆ ਨਾ, ਉਹਨੂੰ ਟੱਕਰ ਦੇਣ ਲਈ, ਸਿਰਫ ਉਹਦੀ ਗਿਣਤੀ ਘੱਟ ਕਰਨ ਲਈ ਸਾਨੂੰ ਇੱਕ ਬੁੱਧ ਧਾਮੀ ਆ ਉਹਦੇ ਵਿੱਚੋਂ ਸਾਨੂੰ ਹਿੰਦੂ ਧਰਮ ਚੋਂ ਬਾਹਰ ਨਿਕਲਣਾ ਚਾਹੀਦਾ। ਕਿਉਂਕਿ ਅਗਰ ਅਸੀਂ ਕੋਈ ਹੋਰ ਧਰਮ ਵਿੱਚ ਲਿਖਾਉਂਦੇ ਆ ਨਾ, ਉਹ ਅੱਜ ਜਿਹੜੀ ਜਨਗਣਨਾ ਹੋ ਰਹੀ ਹੈ ਨਾ ਉਹਦੇ ਵਿੱਚ ਹਿੰਦੂਆਂ ਦੀ ਵਾਧੀ ਹੋਏਗੀ। ਜੇ ਕੋਈ ਅਸੀਂ ਜਿਹੜਾ ਇਹਨਾਂ ਦਾ ਅਦਰ ਦੇ ਵਿੱਚ ਜਿਹੜਾ ਹੈਗਾ ਖਾਨਾ ਉਹਦੇ ਵਿੱਚ ਲਿਖਦੇ ਨਾ ਕੋਈ ਵੀ ਧਰਮ, ਤਾਂ ਉਹ ਆਟੋਮੈਟਿਕਲੀ ਹਿੰਦੂਆਂ ਦੇ ਵਿੱਚ ਚਲੇ ਜਾਣਾ। ਤਾਂ ਇਸ ਕਰਕੇ ਆਪਣੇ ਲੋਕਾਂ ਨੂੰ ਚਾਹੀਦਾ ਆ ਆਪਣੇ ਦਿਮਾਗ ਤੋਂ ਕੰਮ ਲੈ ਕੇ ਸਿਰਫ ਬੁੱਧ ਧੰਮ ਹੀ ਲਿਖਾਉਣ, ਤਾਂ ਜਿਹੜੀ ਕਿ ਹਿੰਦੂਆਂ ਦੀ ਗਿਣਤੀ ਘਟ ਸਕੇ। ਅਗਰ ਇਹਨਾਂ ਦੀ ਗਿਣਤੀ ਵੱਧ ਗਈ ਤਾਂ ਇਹਨਾਂ ਨੇ ਲੋਕਾਂ ਨੇ ਕਹਿਣਾ ਵੀ ਸਾਡੀ ਗਿਣਤੀ ਆਪਿਆ ਜੀ, ਇਸੇ ਕਰਕੇ ਇਹਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਵੇ। ਜੀ ਜੀ। ਤੇ ਹਾਂਜੀ, ਦੂਸਰੀ ਗੱਲ ਹੈ ਕਿ ਅੱਜ ਸਾਡੀ ਮਾਤਾ ਜੀ ਦਾ ਉਹਨਾਂ ਦਾ ਜਿਹਦਾ ਨਾ ਪਰਿਨਿਰਵਾਣ ਦਿਵਸ ਹੈ, ਉਹਨਾਂ ਦੇ ਮਾਤਾ ਅਮੇਰਗਰ ਜੀ ਨਾ, ਤੇ ਉਹਦੇ ਵਿੱਚ ਉਹਨੂੰ ਸਾਰੇ ਮੇਰੇ ਵੱਲੋਂ ਔਰ ਸਾਡੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਮਾਈ ਰਾਮਾਬਾਈ ਦੀ। ਕਿਉਂਕਿ ਅਗਰ ਬਾਬਾ ਸਾਹਿਬ ਸੀਗੇ ਤਾਂ ਮਾਤਾ ਰਾਮਾਬਾਈ ਦੀ ਬਦੌਲਤ ਹੀ ਹੋਏ ਆ। ਉਹਨਾਂ ਨੇ ਆਪਣਾ ਜਿਹੜਾ ਜੀਵਨ ਹੈ ਆਪਣੇ ਪਰਿਵਾਰ ਬੱਚੇ ਨਹੀਂ ਦੇਖੇ, ਉਹਨਾਂ ਦਾ ਤਿਆਗ ਕਰਕੇ ਬਾਬਾ ਸਾਹਿਬ ਨੂੰ ਪੜ੍ਹਾਇਆ ਔਰ ਕਿਤੇ ਨਾ ਗੋਹੇ ਚੁੱਕ ਕੇ, ਕਿਤੇ ਨਾ ਗੋਹਾ ਚੁੱਕ ਕੇ, ਪਾਥੀਆਂ ਚੁੱਕ ਕੇ, ਔਰ ਉਹਨਾਂ ਨੇ ਉਹਨਾਂ ਨੂੰ ਪੈਸੇ ਭੇਜਦੇ ਰਹੇ। ਇਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਮਾਤਾ ਰਾਮਾਬਾਈ ਦਾ ਜਿਹੜੀ ਸਾਨੂੰ ਦੇਣ ਹੈ ਨਾ, ਉਹ ਸਾਡੇ ਮਾਤਾ ਨੂੰ ਕਿ ਨਹੀਂ ਭੁਲਾ ਨਹੀਂ ਸਕਦੇ ਸਾਡੇ ਉਹਨਾਂ ਨੂੰ। ਲੇਕਿਨ ਅੱਜ ਸਾਡੀਆਂ ਜਿਹੜੀਆਂ ਭੈਣਾਂ ਬੀਬੀਆਂ ਨੇ ਉਹਨਾਂ ਨੂੰ ਮਾਤਾ ਸ਼ੇਰਾਂ ਵਾਲੀ, ਮਾਤਾ ਕਿਹੜੀ ਸਾਰੀਆਂ ਯਾਦ ਆ, ਲੇਕਿਨ ਜਿਸ ਮਾਤਾ ਨੇ ਸਾਡੇ ਲਈ ਕੁਰਬਾਨੀ ਦਿੱਤੀ ਆ ਉਹਨਾਂ ਦੇ ਤੱਕ ਇਹਨਾਂ ਦਾ ਸਾਡਾ ਨਾਂ ਉਹਨਾਂ ਨੂੰ ਯਾਦ ਨਹੀਂ। ਤੇ ਇਸ ਕਰਕੇ ਉਹਨਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਔਰ ਸਾਡੀਆਂ ਜਿੰਨੀਆਂ ਵੀ ਮਾਤਾਵਾਂ ਹਨ ਸਾਰਿਆਂ ਨੂੰ ਮਾਤਾ ਜੀ ਬਾਰੇ ਪੜ੍ਹਾਉਣਾ ਚਾਹੀਦਾ, ਔਰ ਬਾਬਾ ਸਾਹਿਬ ਦਾ ਜਿਹੜਾ ਆ ਕਿਦਾਂ ਲਿਟਰੇਚਰ ਆ ਉਹਨੂੰ ਪੜ੍ਹਾਉਣਾ ਜ਼ਰੂਰ ਚਾਹੀਦਾ ਹੈਗਾ। ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ ਜੀ ਪ੍ਰੇਮ ਮਾਨ ਜੀ। ਵਧੀਆ ਤੁਹਾਡੇ ਪ੍ਰੋਗਰਾਮ ਵਿਚਾਰ ਹੁੰਦੇ, ਜਿਹਦੇ ਵਾਸਤੇ ਰਹੋ। ਥੈਂਕ ਯੂ ਜੀ। ਅੱਛਾ, ਆਪਾਂ ਇਹ ਤੇ ਆਈਏ, ਉਹਨਾਂ ਨੇ ਬੁੱਧ ਧਰਮ ਦਾ ਪ੍ਰਚਾਰ ਕਿੱਦਾਂ ਕੀਤਾ, ਕਿੱਦਾਂ 5 ਸੰਨਿਆਸੀ ਜਿਹੜੇ ਭਿਕਸ਼ੂ ਬਣਾਏ ਪਹਿਲਾਂ, ਔਰ ਕਿੱਦਾਂ ਉਹਨੇ ਭਿਕਸ਼ੂ ਸੰਘ ਜਿਹੜਾ ਔਰ ਭਿਕਸ਼ੂਣੀ ਸੰਘ ਮੈਂ ਇੱਕ ਮਾੜਾ ਜਿਹਾ ਦੱਸਾਂ, ਜਿਹੜਾ ਜਿਸਲੇ ਉਹਨਾਂ ਨੂੰ ਗਿਆਨ ਹੋਇਆ ਜੀ ਭਈ ਕਿਹੋ ਜਿਹੀ ਹਾਲਤ ਸੀਗੀ। ਠੀਕ ਹੈ। ਹਾਂਜੀ, ਵੈਰੀ ਕੁਇਕਲੀ ਪਿਆਰੇ ਦਰਸ਼ਕੋ, ਗਿਆ ਬੁੱਧ ਗਿਆ ਜਿਹੜਾ ਹੈਗਾ ਉਹ ਉੱਥੇ ਇੱਕ ਦਰਖਤ ਦੇ ਥੱਲੇ, ਬੋਰਡ ਦੇ ਥੱਲੇ ਉਹ ਬੈਠ ਗਿਆ। ਔਰ ਹੈਲੋ ਜੀ, ਜੈ ਗੁਰਦੇਵ ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ ਜੈ ਭੀਮ ਜੀ, ਮੈਂ ਜਸਲ ਬੋਲਦਾ ਗਲਾਸਗੋ ਤੋਂ। ਜਸਲ ਸਾਹਿਬ ਤੁਹਾਡਾ ਸਵਾਗਤ ਹੈ, ਥੋੜਾ ਉੱਚਾ ਬੋਲਿਓ ਜੀ। ਹਾਂ ਜੀ, ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ ਔਰ ਕਾਂਸ਼ੀ ਟੀਵੀ ਦੇ ਸਰੋਤਿਆਂ ਨੂੰ ਔਰ ਬੋਧੀ ਜਗਤ ਨੂੰ ਬੁੱਧ ਪੂਰਨਿਮਾ ਦੀ ਮੈਂ ਵਧਾਈ ਦਿੰਦਾ। ਤੁਸੀਂ ਬਹੁਤ ਸੋਹਣਾ ਚਲੋ ਬਰੀਫਲੀ ਜਿਹਾ ਦੱਸ ਰਹੇ ਆ। ਹੈਲੋ ਹਾਂਜੀ ਜੀ ਜੀ ਬੋਲੋ। ਹਾਂ, ਸੁਣਦੀ ਗੱਲ? ਤੁਸੀਂ ਆ ਦਿਖਾ ਰਹੇ ਆ? ਅੱਛਾ, ਬਹੁਤ ਸੋਹਣਾ ਤੁਸੀਂ ਦਿਖਾ ਰਹੇ ਆ। ਤੇ ਸਭ ਤੋਂ ਪਹਿਲਾਂ ਮੈਂ ਕਾਂਸ਼ੀ ਟੀਵੀ ਦੇ ਸ਼ਾਬਾਸ਼ ਦਿੰਦਾ ਔਰ ਵਧਾਈ ਦਿੰਦਾ, ਜਿਹੜਾ ਕਿ ਉਹਨਾਂ ਨੇ ਕੱਲ ਪ੍ਰੋਗਰਾਮ ਦਿਖਾ ਲਿਆ ਜੀ। 2 ਪ੍ਰੋਗਰਾਮ ਦਿਖਾ ਲਏ ਉਹਨਾਂ ਨੇ ਗੋਇਨਕਾ ਦਾ, ਤੇ ਅੱਜ ਜੋ ਤੁਸੀਂ ਦਿਖਾ ਰਹੇ ਆ ਜਿੰਨਾ ਵੀ ਹੈਗਾ ਬਹੁਤ ਗੈਰ ਆ, ਬਹੁਤ ਸੋਹਣਾ ਦਿਖਾ ਲਿਆ ਉਹਨਾਂ ਨੇ ਜੀ। ਬਹੁਤ ਖੁਸ਼ੀ ਹੋਈ ਆ
ਥੈਂਕ ਯੂ। ਤੁਸੀਂ ਬੁੱਧ ਦੀ ਲਾਈਫ ਸਟੋਰੀ ਜਿਸ ਤਰ੍ਹਾਂ ਦੱਸੀ ਆ, ਚਲੋ ਬਰੀਫਲੀ ਜਿਹੀ, ਪਰ ਮੈਂ ਇਹੋ ਹੀ ਦੱਸਣਾ ਚਾਹੁੰਦਾ ਜੀ ਕਿ ਜਿਸ ਹਾਲਾਤ ਦੇ ਵਿੱਚ ਚਲੇ ਗਏ ਤੇ ਉਹਨੇ ਜੋ ਵੀ ਲੱਭਿਆ ਜੀ ਫਾਈਂਡ ਆਊਟ ਕੀਤਾ, ਜੋ ਵੀ ਉਹਨਾਂ ਨੇ ਅਚੀਵ ਕੀਤਾ ਜੀ ਬੋਧੀ ਟਰੀ ਦੇ ਥੱਲੇ ਬੈਠ ਕੇ ਜੀ 6 ਵੀਕਾਂ ਦੇ ਵਿੱਚ, ਔਰ ਉਹ ਜੋ ਵੀ ਉਹਨਾਂ ਨੇ ਲੱਭਿਆ ਕਿ ਪੀਸ ਆਫ ਮਾਈਂਡ, ਦੁੱਖਾਂ ਦਾ ਹੱਲ, ਜੀ ਦੁੱਖ ਆ ਇਹਦਾ ਕਾਰਨ ਵੀ ਆ, ਇਹਦਾ ਨਿਵਾਰਨ ਵੀ ਆ, ਨਿਵਾਰਨ ਲਈ ਆਰੀਆ ਸੱਤਿਆਚਾਰ ਦੱਸੇ, ਔਰ ਜੋ ਵੀ ਸਿਸਟਮੈਟਿਕਲੀ ਉਹਨਾਂ ਨੇ ਦੱਸਿਆ ਉਹ ਜ਼ਿੰਦਗੀ ਦੇ ਉੱਤੇ ਲਾਗੂ ਹੋਇਆ ਹੈ ਤੇ ਦੁੱਖ ਸਾਰੇ ਮਿਟ ਜਾਂਦੇ ਆ, ਬੰਦਾ ਦੁੱਖ ਮਹਿਸੂਸ ਨਹੀਂ ਕਰਦਾ ਜੀ। ਉਹਨਾਂ ਨੇ ਜੋ ਵੀ ਅਚੀਵ ਕੀਤਾ ਜੀ, ਔਰ ਉਹ ਭਾਰਤ ਦੇ ਵਿੱਚ ਹੀ ਨਹੀਂ ਰਿਹਾ, ਉਹ ਸਾਰੀ ਦੁਨੀਆ ਤੇ ਫੈਲ ਗਿਆ ਜੀ। ਔਰ ਇੱਥੋਂ ਤੱਕ ਹੈ ਕਿ ਬੁੱਧਿਜ਼ਮ ਦਾ ਡਾਊਨਫਾਲ ਜਦੋਂ ਆਇਆ ਜੀ, ਬਾਹਰੋਂ ਇਸਲਾਮ ਨੇ ਜਿਸ ਤਰ੍ਹਾਂ ਹਮਲੇ ਕੀਤੇ, ਇੰਡੀਆ ਨੂੰ ਟੇਕ ਓਵਰ ਕੀਤਾ, ਮੰਦਿਰ ਵੀ ਢਾਤੇ, ਮੋਨੈਸਟਰੀਆਂ ਬੁੱਧਿਸਟ ਜਿਹੜੀਆਂ ਸੀ ਉਹ ਵੀ ਢਾਤੀਆਂ, ਔਰ ਕਤਲ ਉਗਾੜ ਸ਼ੁਰੂ ਕਰ ਦਿੱਤਾ ਜੀ ਸਾਰਿਆਂ ਨੇ। ਚਲੋ ਲੰਬੀ ਸਟੋਰੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਕਿ ਇੱਕ ਚੰਗੀ ਗੱਲ ਹੋਈ ਆ ਕਿ ਬੋਧੀ ਭਿਕਸ਼ੂ ਜਿਹੜੇ ਸੀਗੇ ਕਿਸ਼ਤੀਆਂ ਦੇ ਰਾਹੀਂ ਬਾਹਰਲੇ ਮੁਲਕਾਂ ਨੂੰ ਚਲੇ ਗਏ, ਜਿਹੜੇ ਕਿ ਇੰਡੀਆ ਦੇ ਨਾਲ ਲੱਗਦੇ ਸੀਗੇ, ਉਸ ਵਜ੍ਹਾ ਕਰਕੇ ਇੰਡੀਆ 'ਚ ਫੈਲ ਗਿਆ ਜੀ, ਸੌਰੀ ਬਾਹਰਲੇ ਮੁਲਕਾਂ 'ਚ ਵੀ ਫੈਲ ਗਿਆ। ਅਸ਼ੋਕ ਰਾਜਾ ਜਦੋਂ ਲੜਾਈਆਂ ਕਰਦਾ ਸੀਗਾ, ਜਿੱਦਾਂ ਕਲਿੰਗਾ ਦੀ ਲੜਾਈ ਜੀ ਇੰਨੀ ਜ਼ਬਰਦਸਤ ਹੋਈ ਜਿਹੜੀ ਕਿ ਉਹ ਜਿੱਤ ਨਹੀਂ ਸੀ ਸਕਿਆ ਉਹਨਾਂ ਦਾ ਬਾਪ, ਔਰ ਉਹਨੂੰ ਜਿੱਤਿਆ ਉਹਨੇ ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਮਾਰ ਦਿੱਤੀ ਗਈ। ਥੈਂਕ ਯੂ, ਤੁਸੀਂ ਸਾਡਾ ਕੰਮ ਕਰੀ ਜਾਂਦੇ ਆ। ਔਰ ਇਹ ਹੈ ਕਿ ਕਈ ਮਹੀਨੇ ਚੀਕ ਚਹਾੜੇ ਰੋਣੇ ਦੀਆਂ ਆਵਾਜ਼ਾਂ ਉਹਨੂੰ ਆਉਂਦੀਆਂ ਸੀ ਜਦ ਵੀ ਉਹ ਫਿਰਦਾ ਸੀ। ਥੈਂਕ ਯੂ ਜੀ, ਥੈਂਕ ਯੂ। ਅਖੀਰ ਤੇ ਐਂਡ ਤੇ ਉਹਨਾਂ ਨੇ ਬਹੁਤ ਧਰਮ ਇਖਤਿਆਰ ਕਰ ਲਿਆ। ਉਹਨਾਂ ਨੇ ਬੁੱਧਿਜ਼ਮ ਨੂੰ ਫੈਲਾਉਣ ਲਈ ਸਾਰੀ ਜ਼ਿੰਦਗੀ ਫਿਰ ਇਹੀ ਕੰਮ ਕੀਤਾ। ਉਹਨਾਂ ਨੇ ਜੀ ਭਿਕਸ਼ੂ ਬਣ ਗਏ ਔਰ 84,000 बुद्धिस्ट सेंटर बनाए, मोनास्ट्रियां बनाई, बुद्ध विहार बनाए, और उन्होंने दी देन कि मुड़ इंडिया नू बुद्धिस्ट बना लिया। शॉर्टकट करियो जी। और मैं दसना यह चाहना कि जो भी अज अगर दुनिया नू दिता इंडिया ने कोई टेक्नोलॉजी नजर नहीं आती जिस तरह इन्हां मुल्कां ने दिती आ और दे रहे आ। इंडिया नू अगर दिता, भारत नू सारे दुनिया नू अगर भारत ने दिता कुछ ते एक बुद्धिस्ट फिलॉसफी दिती आ जिहड़ी कि अज दुनिया अडॉप्ट कर रही आ जी। अमीर तो अमीर जो भी फील्ड है, जो भी दायरे है, फिल्मां दे दायरे, स्पोर्ट्स के दायरे, गाउण वालियां दे दायरे, तो पीस ऑफ माइंड नूं लभण वाले दायरे, सारे ही वो बुद्धिज्म नूं अडॉप्ट करदे आ। जसल जी शॉर्टकट करियो प्लीज। 56 इंच की छाती वाला बाहर जाके भी इहो ही प्रचार करदा कि सानू युद्ध नहीं चाहिदा, बुद्ध चाहिदा। थैंक यू जी ਤੁਹਾਡਾ। थैंक यू ਤੁਹਾਡਾ। टाइम बहुत थोड़ा ਸਾਡੇ ਕੋਲ, प्लीज। अच्छा हाँ जी। ਇਹ ਗੱਲ ਇਦਾਂ ਹੈ ਕਿ ਆਪਾਂ ਤ੍ਰਿਸ਼ਨ, ਪੰਚਸ਼ੀਲ, ਆਰੀਆ ਅਸ਼ਟਾਂਗਿਕ ਮਾਰਗ, 4 ਆਰੀਆ ਸਤਿ, ਇਹਨਾਂ ਤੇ ਜ਼ਿਆਦਾ ਸਖਤ ਬੁੱਧ ਨੇ ਕਿੱਦਾਂ ਪ੍ਰਚਾਰ ਕੀਤਾ, ਕਿੱਦਾਂ ਭਿਕਸ਼ੂ ਸੰਘ ਬਣਾਇਆ। ਆਈ ਥਿੰਕ ਇੰਟਰਸਟਿੰਗ ਇੱਕ ਚੀਜ਼ ਹੈਗੀ ਹੈ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ, ਜੇ ਤੁਸੀਂ ਇਜਾਜ਼ਤ ਦਿਓ ਤਾਂ। ਬਿਲਕੁਲ। ਹਾਂਜੀ। ਕਰਕੇ ਐਕਚੁਅਲੀ ਜਿਹੜਾ ਤਥਾਗਤ ਬੁੱਧ ਦਾ
ਸਮੇਂ ਹੈ, ਜੀਵਨ ਕਾਲ ਹੈਗਾ ਜਿਹੜਾ ਉਹਨਾਂ ਦਾ, ਜਿਹੜੇ ਜਿਸ ਟਾਈਮ ਦੇ ਵਿੱਚ ਹੋਏ ਆ ਜੀ, ਉਹਨਾਂ ਦੇ ਹਾਲਾਤਾਂ ਬਾਰੇ ਮਤਲਬ ਕਈ ਵਾਰੀ ਆਪਣੇ ਸਮਾਜ ਵਿੱਚ ਇਹ ਗੱਲ ਆਉਂਦੀ ਆ, ਦੇਖੋ ਜੀ ਇਹ ਨਵੀਂ ਚੀਜ਼ ਹੀ ਚੱਲ ਪਈ ਵੀ ਡਾਕਟਰ ਅੰਬੇਡਕਰ ਨੇ ਤਾਂ ਨਵਾਂ ਹੀ ਬਹੁਤ ਧਰਮ ਚਲਾ ਦਿੱਤਾ। ਐਕਚੁਅਲੀ ਜਦੋਂ ਆਪਣੇ ਸਿਧਾਰਥ ਗੌਤਮ ਜੀ ਦਾ ਜਨਮ ਹੁੰਦਾ ਆ 563 BC ਈਸਵੀ ਪੂਰਬ ਦੇ ਵਿੱਚ ਹੁੰਦਾ, ਔਰ ਜਦੋਂ ਇੰਡੀਆ ਦਾ ਹਾਲਾਤ ਦੇਖੀਏ ਉਸ ਵੇਲੇ ਸ਼ਿਸ਼ੂ ਨਾਗ ਜਿਹੜੇ ਇੱਕ ਨਾਗ ਵੰਸ਼ ਜਿਹਨਾਂ ਨੇ ਸਟਾਰਟ ਕੀਤਾ ਸੀਗਾ 642 BC ਦੇ ਵਿੱਚ, ਮਤਲਬ ਈਸਵੀ ਪੂਰਬ, ਉਸ ਵੇਲੇ ਮਤਲਬ ਜਿਹੜਾ ਵੱਡਾ ਰਾਜ ਸੀਗਾ ਉਹ ਨਾਗਵੰਸ਼ੀ ਰਾਜ ਸੀਗਾ, ਉਹਦਾ ਪਹਿਲਾ ਜਿਹੜਾ ਰਾਜਾ ਸੀਗਾ ਸ਼ਿਸ਼ੂ ਨਾਗ ਸੀਗਾ, ਔਰ ਉਸ ਤੋਂ ਬਾਅਦ ਫਿਰ ਨੰਦ ਵੰਸ਼ ਆਉਂਦਾ। ਜਦੋਂ ਨੰਦ ਵੰਸ਼ ਆਉਣ ਤੋਂ ਪਹਿਲਾਂ ਜਿਹੜਾ ਤਥਾਗਤ ਬੁੱਧ ਦਾ ਜਨਮ ਹੁੰਦਾ ਹੈਗਾ, ਉਹ ਜਦੋਂ ਨਾਗ ਵੰਸ਼ ਹੁੰਦਾ ਆ ਉਸ ਸਮੇਂ ਦੇ ਦੌਰਾਨ ਹੁੰਦਾ, ਜਾਂ ਉਸ ਸਮੇਂ ਦੇ ਦੌਰਾਨ ਹੁੰਦਾ ਜਿਹੜੇ ਨਾਗ ਵੰਸ਼ ਦੇ ਲੋਕ ਹੁੰਦੇ ਉਹਨਾਂ ਨੇ ਉਹਨਾਂ ਦੀ ਸਪੋਰਟ ਵੀ ਕੀਤੀ ਹੁੰਦੀ ਆ, ਮਤਲਬ ਲੈ ਲਈਏ, ਚਲੋ ਲੈ ਲਓ ਜੀ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿਤੋਂ ਸਾਹਿਬ ਜੀ? ਹਾਂਜੀ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ। ਕੀ ਨਵਾਂ ਬਤਾ ਪਰ ਉਹ ਸੇਮ ਤਰ੍ਹਾਂ ਦੇ ਜੈ ਗੁਰਦੇਵ। ਮੈਂ ਰਾਮਾ ਝੁੰਮਣ ਬੋਲਦਾ ਜੀ। ਤੁਹਾਡਾ ਸਵਾਗਤ ਹੈ ਜੀ ਝੁੰਮਣ ਜੀ। ਥੈਂਕ ਯੂ ਵੈਰੀ ਮਚ ਜੀ। ਦੇਖੋ ਜੀ, ਮੈਂ ਬੋਧ ਗਿਆ ਸੀਗਾ 6 ਸਾਲ ਹੋ ਗਏ ਜੀ। ਬੋਧ ਗਿਆ ਜਾਓ ਨਾ, ਸਾਨੂੰ ਹਿਸਟਰੀ ਦਾ ਪਤਾ ਲੱਗਦਾ। ਉੱਥੇ ਇੰਨੀ ਹਿਸਟਰੀ ਹੈ, ਭਗਵਾਨ ਲੋਕ ਜੀ ਬਾਰੇ ਕੁਛ ਕਹਿੰਦੇ ਹੱਦ ਨਹੀਂ ਜੀ। ਮੈਂ ਇਕੱਲੀ ਐਸਾ ਫੋਨ ਕੀਤਾ ਕਿਉਂਕਿ ਜਿਹੜਾ ਗਿਆਨ ਹੈ ਨਾ ਬਹੁਤ ਗਿਆ ਜੀ, ਉੱਥੇ ਜਾ ਕੇ ਪਤਾ ਲੱਗਦਾ। ਹੁਣ ਸੇਮ ਟਾਈਮ ਤੇ ਉੱਥੇ ਹੋਰ ਰਿਲੀਜਨ ਦੇਖੋ ਜੀ, ਬਿਹਾਰ ਚ ਜੀ, ਉੱਤਰ ਬਿਹਾਰ ਚ ਉੱਪਰ ਆ ਜਾਂਦਾ ਨਾ ਜੀ, ਉੱਥੇ ਦੇਖੋ ਜਾਤਾਂ ਪਾਤਾਂ ਕਿੰਨੀਆਂ ਭਗਵਾਨ ਲੋਕ ਜੀ ਕਰਦੇ ਆਏ ਸੀਗੇ। ਇਹ ਗੱਲਾਂ ਸਭ ਉੱਥੇ ਜਾਓ ਪਤਾ ਲੱਗਦਾ। ਮੈਂ ਇਸ ਕਰਕੇ ਫੋਨ ਕੀਤਾ, ਮੈਂ ਜ਼ਿਆਦਾ ਨਹੀਂ ਗੱਲ ਕਰਨ ਲੱਗਾ, ਇਹੀ ਕਹਿਣਾ ਚਾਹੁੰਦਾ। ਮੈਂ ਗਿਆ ਸੀ ਬੁੱਧ ਬਿਹਾਰ, ਮੈਂ ਗਿਆ ਸੀ। ਵੈਰੀ ਗੁੱਡ। ਹਾਂਜੀ, ਵੈਰੀ ਗੁੱਡ। ਮੈਂ ਭਗਵਾਨ ਲੋਕ ਦਾ ਟੈਂਪਲ ਦੇਖੇ, ਮੈਂ ਅਸ਼ੋਕਾ ਟੈਂਪਲ ਵੀ, ਅਸ਼ੋਕਾ ਦਾ ਜਿਹੜਾ ਹੈ ਨਾ ਜਿਹੜਾ ਉਹ ਮੈਂ ਦੇਖਿਆ ਸੀ। ਉੱਥੇ ਜਿਹੜੀ ਹਿਸਟਰੀ ਹੈ ਜਾ ਕੇ ਪਤਾ ਲੱਗਦਾ। ਹਾਂਜੀ ਜੀ। ਸੋਰੀ ਜੀ, ਮੈਂ ਜ਼ਿਆਦਾ ਬੋਲਿਆ, ਮਾਫ ਕਰਿਓ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਦਵਿੰਦਰ ਜੀ। ਹਾਂਜੀ, ਤਥਾਗਤ ਬੁੱਧ ਮਤਲਬ ਆਪਣਾ ਧਰਮ ਪ੍ਰਚਾਰ ਕਰਦੇ ਆ। ਬਹੁਤ ਸਾਰੇ ਰਾਜੇ, ਬਹੁਤ ਸਾਰੇ ਪ੍ਰਿੰਸ, ਬਹੁਤ ਸਟੇਟਾਂ ਦੇ, ਬਾਲੀਆਂ ਕੰਟਰੀਆਂ ਦੇ ਉਹਨਾਂ ਦੇ ਜਿਹੜੇ ਹੈਗੇ ਆ ਸੇਵਕ ਬਣਦੇ ਹੈਗੇ ਆ, ਉਹਨਾਂ ਦੇ ਭਿਕਸ਼ੂ ਸੰਘ ਦੇ ਵਿੱਚ ਜੁਆਇਨ ਹੁੰਦੇ ਹੈਗੇ ਆ। ਤਾਂ ਉਸ ਤਰੀਕੇ ਨਾਲ ਉਹ ਸਾਰਾ ਜਿਹੜਾ ਆਪਣੇ ਬੁੱਧ ਧਰਮ ਦਾ ਪ੍ਰਚਾਰ ਕਰਦੇ ਹੈਗੇ, ਉਹਨੂੰ ਫੈਲਾਉਂਦੇ ਹੈਗੇ। ਐਕਚੁਅਲੀ ਜਿਹੜਾ ਬੁੱਧ ਧਰਮ ਆ ਨਾ, ਇਹਨੂੰ ਧਰਮ ਦਾ ਲੇਬਲ ਲਾਉਣਾ ਮੈਂ ਸਮਝਦਾ ਕਿ ਗਲਤ ਆ। ਉਹ ਬੁੱਧ ਧੰਮ ਆ, ਧੰਮ ਦਾ ਮਤਲਬ ਇੱਕ ਰਸਤਾ ਆ, ਇੱਕ ਜੀਵਨ ਜੀਣ ਦਾ ਤਰੀਕਾ ਆ, ਵੇ ਆਫ ਲਾਈਫ ਹੈ ਕਿ ਆਦਮੀ ਪੂਜਾ ਸਮਾਜ ਦੁੱਖਾਂ ਤੋਂ ਛੁਟਕਾਰਾ ਕਿੱਦਾਂ ਪਾ ਸਕਦਾ। ਬਿਲਕੁਲ ਬਿਲਕੁਲ। ਸੋ ਇਹੀ ਜਿਹੜੀ ਜਦੋਂ ਆਪਾਂ ਗੱਲ ਕਰਦੇ ਸੀਗੇ ਨਾਗਵੰਸ਼, ਉਸ ਤੋਂ ਬਾਅਦ ਫਿਰ ਆਉਂਦਾ ਨੰਦ ਵੰਸ਼ ਜੀ, ਜਿਹਦੇ ਤੋਂ ਚੰਦਰਗੁਪਤ ਮੌਰੀਆ ਬਾਅਦ ਚ ਰਾਜਾ ਬਣਦਾ, ਔਰ ਬਾਅਦ ਚ ਮੌਰੀਆ ਵੰਸ਼ ਸਟਾਰਟ ਹੁੰਦਾ। ਬਿਲਕੁਲ। ਤਾਂ ਆਨੰਦ ਜਿਹੜੇ ਹੁੰਦੇ ਆ ਉਹਨਾਂ ਦਾ ਉੱਤੋਂ ਰਾਜ ਖੋ ਕੇ ਜਾਂ ਉੱਤੋਂ ਰਾਜ ਉਹਨੂੰ ਹਰਾ ਕੇ ਜਿਹੜੇ ਚੰਦਰਗੁਪਤ ਮੌਰੀਆ ਜੀ ਉਹ ਰਾਜ ਸਥਾਪਿਤ ਕਰਦੇ ਆ। ਹਾਂਜੀ ਹਾਂਜੀ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਬਿੰਦੂਸਾਰ ਉਹਨਾਂ ਦਾ ਲੜਕਾ ਆਉਂਦਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬਿੰਦੂਸਾਰ ਦਾ ਲੜਕਾ ਸਮਰਾਟ ਅਸ਼ੋਕ, ਔਰ ਉਹ ਭਾਰਤ ਦਾ ਸਭ ਤੋਂ ਮਹਾਨ ਰਾਜਾ ਹੋਇਆ, ਸਭ ਤੋਂ ਵੱਡਾ ਰਾਜਾ। ਔਰ ਜਿਹੜਾ ਟੈਰੀਟਰੀ ਉਹਦੀ ਸੀਗੀ ਪੂਰਾ ਇੰਡੀਆ ਲੈ ਕੇ ਜਿਹੜਾ ਮੌਜੂਦਾ ਹੁਣ ਭਾਰਤ, ਉਹ ਤੋਂ ਪਹਿਲਾਂ ਐਡਾ ਕਦੀ ਵੀ ਸਾਡੇ ਭਾਰਤ ਵਿੱਚ ਇੱਕ ਸ਼ਾਸਨ ਨਹੀਂ ਹੋਇਆ, ਇੱਕ ਰਾਜ ਨਹੀਂ ਹੋਇਆ। ਅਫਗਾਨਿਸਤਾਨ ਤੋਂ ਅਫਗਾਨਿਸਤਾਨ ਮਤਲਬ ਇਰਾਕ ਦੇ ਨਾਲ ਬਾਰਡਰ ਲੱਗਦਾ ਸੀਗਾ, ਮਿਆਂਮਾਰ ਥੱਲੇ ਬਰਮਾ ਜਿਹੜਾ ਹੈਗਾ ਮਿਆਂਮਾਰ, ਤੁਸੀਂ ਉਹ ਸਾਰਾ ਜਿਹੜਾ ਸੀਗਾ ਨਾ ਕਾਫੀ ਹਿੱਸਾ ਚਾਈਨਾ ਵੱਲ ਨੂੰ ਵੀ ਮਹਾਭਾਰਤ ਸੀ ਜੀ। ਇੱਥੇ ਨਕਸ਼ਾ ਦੇਖਿਆ ਸੀਗਾ ਤੁਸੀਂ, 2 ਨਕਸ਼ੇ ਤੇ ਉਹ ਹੈਗੇ, ਉਹ ਮਤਲਬ ਸੀਗਾ ਉਸ ਵੇਲੇ। ਔਰ ਉਹ ਸਾਰਾ ਹੀ ਜਿਹੜਾ ਖਿੱਤਾ ਸੀਗਾ ਉਹ ਦੇਖੋ ਸਕਰੀਨ ਦੇ ਉੱਤੇ ਨਜ਼ਰ ਆਉਂਦਾ, ਉਹ ਸਾਰਾ ਹੀ ਖਿੱਤਾ ਜਿਹੜਾ ਆ ਉਸ ਵੇਲੇ ਸਮਰਾਟ ਅਸ਼ੋਕ ਦੇ ਅਧੀਨ ਆ। ਬਿਲਕੁਲ। ਔਰ ਉਹ ਸਾਰਾ ਖਿੱਤਾ ਬੁੱਧ ਧਰਮ ਨੂੰ ਫੋਲੋ ਕਰਨ ਵਾਲਾ। ਬਿਲਕੁਲ। ਔਰ ਉਸ ਵੇਲੇ ਦੇ ਜਿੰਨੇ ਵੀ ਜਿਹੜੇ ਅੱਜ ਦੇ ਮੌਜੂਦਾ, ਚਾਹੇ ਉਹ SC ਆ, ਚਾਹੇ ST ਆ, ਚਾਹੇ OBC ਆ, ਜਾਂ ਕੋਈ ਵੀ ਹੈਗਾ ਭਾਰਤ ਦਾ, ਉਹ ਸਾਰੇ ਸਿਰਫ ਔਰ ਸਿਰਫ ਬੁੱਧ ਧਰਮ ਨੂੰ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਫੋਲੋ ਕਰਨ ਵਾਲੇ ਸੀ। ਜਿਸ ਤਰ੍ਹਾਂ ਮੇਰ ਚੰਦ ਹੁਣੀ ਦੱਸ ਗਏ। ਬਿਲਕੁਲ।
ਹੈ ਜੀ, ਉੱਥੇ 84,000 ਸਰਾਵਾਂ ਉਹਨਾਂ ਨੇ ਹੈ ਜੀ, ਬੰਗਲਾਦੇਸ਼ ਤੋਂ ਤੁਰ ਕੇ ਅਫਗਾਨਿਸਤਾਨ ਤੱਕ ਹੈ ਜੀ। ਔਰ 70 ਯੂਨੀਵਰਸਿਟੀਆਂ ਉਸ ਵੇਲੇ ਬਣਾਈਆਂ ਸੀਗੀਆਂ। ਮਤਲਬ ਉਸ ਵੇਲੇ ਜਦੋਂ ਆਪਾਂ ਕਹਿੰਦੇ ਨਾ ਕੋਈ ਨਵੀਂ ਚੀਜ਼ ਹੈਗੀ ਆ ਜਾਂ ਸਾਡਾ ਪਿਛੋਕੜ ਇੱਥੇ ਤੱਕ ਜਾਂਦਾ ਹੈਗਾ ਆ, ਐਕਚੁਅਲੀ ਜਿੰਨੇ ਅਸੀਂ ਭਾਰਤ ਦੇ ਲੋਕ ਆ, ਉਸ ਵੇਲੇ ਭਾਰਤ ਵਿੱਚ ਕੋਈ ਹੋਰ ਧਰਮ ਨਹੀਂ ਸੀ। ਇੱਕ ਜੈਨ ਮਤ ਸੀਗਾ, ਜੈਨ ਮਤ ਜਿਹੜਾ ਸੀਗਾ ਉਹ ਇੰਨਾ ਪ੍ਰਚਲਿਤ ਨਹੀਂ ਸੀ, ਸਮਕਾਲੀ ਸੀ, ਮਤਲਬ ਥੋੜੇ ਸੀਨੀਅਰ ਸੀਗੇ ਮਹਾਵੀਰ ਜੀ ਜਿਹੜੇ ਸੀਗੇ ਤਥਾਗਤ ਬੁੱਧ ਤੋਂ ਥੋੜੇ ਸੀਨੀਅਰ ਸੀ, 36 ਸਾਲ ਸੀਨੀਅਰ ਸੀਗੇ। ਤੇ ਸੋ ਇਸ ਤਰੀਕੇ ਨਾਲ ਸੀ। ਅਦਰਵਾਈਜ਼ ਦੁਨੀਆ ਦਾ ਕੋਈ ਵੀ ਧਰਮ ਉਸ ਵੇਲੇ ਹਾਲੇ ਬਣਿਆ ਹੀ ਨਹੀਂ ਸੀ। ਜੇ ਆਪਾਂ ਕਹੀਏ ਕਿ ਭਾਰਤੀਆਂ ਦਾ ਆਦਿ ਧਰਮ ਕਿਹੜਾ ਆ, ਤੇ ਉਹ ਬੁੱਧ ਧਰਮ ਹੀ ਹੋ ਸਕਦਾ ਹੈ। ਜਿੰਨਾ ਆਪਾਂ ਦੇਖਦੇ ਹਾਂ ਪਿਛੋਕੜ ਜਿਹੜਾ ਸਾਡੇ ਜਿੰਨੇ ਵੀ ਲੋਕ ਹੈਗੇ, ਚਾਹੇ ਉਹ ਮੂਲ ਨਿਵਾਸੀ ਆ, ਚਾਹੇ ਕਿਸੇ ਵੀ ਹੈਗੇ ਅੱਜ, ਚਾਹੇ ਉਹ ਮਾਈਨੋਰਿਟੀ ਕਮਿਊਨਿਟੀ ਵਾਲੇ ਵੀ ਹੈਗੇ ਆ, ਚਾਹੇ ਉਹ ਸਿੱਖ ਧਰਮ ਨੂੰ ਮੰਨਣ ਵਾਲੇ ਜਾਂ ਕ੍ਰਿਸਚੀਅਨਿਟੀ ਨੂੰ ਦੱਸੋ ਵਾਲੇ, ਭਈ ਸਾਰੇ ਭਾਰਤ ਦੇ ਵਿੱਚ ਅਸ਼ੋਕ ਸਮਰਾਟ ਅਸ਼ੋਕ ਦੇ ਟਾਈਮ ਤੇ ਇਹਨਾਂ ਮਿਆਂਮਾਰ ਬਰਮਾ ਤੋਂ ਲਾ ਕੇ ਅਫਗਾਨਿਸਤਾਨ ਤੱਕ, ਸਾਰਾ ਹੀ ਪਾਕਿਸਤਾਨ, ਸਾਰਾ ਇੰਡੀਆ ਔਰ ਕਸ਼ਮੀਰ ਤੋਂ ਲਾ ਕੇ ਥੱਲੇ ਤੱਕ ਸਾਰਾ ਹੀ ਬੁੱਧਿਸਟ ਸੀਗਾ ਜੀ। ਇਹ ਫਿਰ ਕੀ ਹੋਇਆ, ਕੀ ਮਤਲਬ ਇਹੋ ਜਿਹੀ ਤਬਦੀਲੀ ਆਈ ਕਿ ਉੱਥੇ ਤਕਰੀਬਨ ਆਸਤਾ ਆਸਤਾ ਖਤਮ ਹੋ ਗਿਆ। ਔਰ ਸੁਣ 'ਚ ਇਹ ਵੀ ਆਇਆ ਹੈਗਾ ਕਿ ਬਹੁਤ ਸਾਰੇ ਹਿੰਦੂ ਮੰਦਿਰ ਜਿਹੜੇ ਹੈਗੇ ਆ ਉਹ ਬੁੱਧ ਧਰਮ ਦੇ ਮੰਦਿਰ ਸੀਗੇ, ਕਨਵਰਟ ਕੀਤੇ ਗਏ। ਔਰ ਕਿਸ ਤਰ੍ਹਾਂ ਤਬਦੀਲੀ ਆਈ? ਦੇਖੋ ਜਿਹੜਾ ਮੌਰੀਆ ਵੰਸ਼ ਹੈ ਨਾ, ਮੌਰੀਆ ਵੰਸ਼ ਪੁਸ਼ਮਿਤ ਸ਼ੁੰਗ ਤੋਂ ਸਟਾਰਟ ਹੁੰਦਾ ਜੀ, ਔਰ ਉਸ ਵੰਸ਼ ਦੇ ਜਿਹੜੇ 10 ਰਾਜੇ ਹੁੰਦੇ ਆ ਜੀ, ਔਰ ਜਿਹੜਾ ਆਖਰੀ ਰਾਜਾ ਬ੍ਰਿਹਦਰਥ ਮੌਰੀਆ ਹੁੰਦਾ। ਬ੍ਰਿਹਦਰਥ ਮੌਰੀਆ ਦਾ ਮਤਲਬ ਜਦੋਂ ਆਪਾਂ ਕਹਿੰਦੇ ਨਾ ਸਮਰਾਟ ਅਸ਼ੋਕ ਨੇ ਬਹੁਤ ਧਰਮ ਮੁਖਤਾਰ ਕਰ ਲਿਆ, ਤੇ ਉਹਨਾਂ ਨੇ ਮਤਲਬ ਜਿਹੜਾ ਉਹਨਾਂ ਦਾ ਰਾਜ ਹਮੇਸ਼ਾ ਕਾਇਮ ਰਿਹਾ, ਉਹ ਫੌਜਾਂ ਵੀ ਜਿਹੜੀਆਂ ਉੱਦਾਂ ਹੀ ਰੱਖੀਆਂ। ਪਰ ਜਿਹੜਾ ਬ੍ਰਿਹਦਰਥ ਮੌਰੀਆ ਦਾ ਇੱਕ ਸੈਨਾਪਤੀ ਸੀ ਪੁਸ਼ਮਿਤ ਸ਼ੁੰਗ, ਔਰ ਉਹ ਬ੍ਰਾਹਮਣ ਜਾਤੀ ਦਾ ਸੀ ਜੀ, ਔਰ ਉਹਨੇ ਧੋਖੇ ਦੇ ਨਾਲ ਬ੍ਰਿਹਦਰਥ ਮੌਰੀਆ ਦਾ ਕਤਲ ਕੀਤਾ। ਕਤਲ ਕਰਕੇ ਆਪ ਉਹ ਰਾਜਾ ਬਣ ਕੇ ਬਹਿ ਗਿਆ। ਔਰ ਜਿਹੜੀ ਬਾਬਾ ਸਾਹਿਬ ਦੀ ਕਿਤਾਬ ਆ ਰੈਵੋਲਿਊਸ਼ਨ ਐਂਡ ਕਾਊਂਟਰ ਰੈਵੋਲਿਊਸ਼ਨ ਇਨ ਏਸ਼ੀਅਨ ਏਰੀਆ, ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਇਹ ਜਿਹੜਾ ਕਤਲ ਸੀ, ਇਹ ਜਿਹੜੀ ਘਟਨਾ ਸੀਗੀ, ਇਹ ਮਾਮੂਲੀ ਘਟਨਾ ਨਹੀਂ ਸੀ। ਆਮ ਇਤਿਹਾਸਕਾਰਾਂ ਨੇ ਇਹਨੂੰ ਇਗਨੋਰ ਕੀਤਾ ਹੈਗਾ। ਐਕਚੁਅਲੀ ਉਹ ਇੱਕ ਰਾਜੇ ਦਾ ਕਤਲ ਕਰਕੇ ਦੂਜਾ ਆਦਮੀ ਰਾਜਾ ਨਹੀਂ ਬਣਿਆ, ਉਹਨਾਂ ਨੇ ਇੱਕ ਬੋਧੀ ਰਾਜੇ ਦਾ ਕਤਲ ਕਰਕੇ ਇੱਕ ਬ੍ਰਾਹਮਣ ਰਾਜਾ ਬਣਿਆ। ਅੱਛਾ। ਔਰ ਉਹਨਾਂ ਨੇ ਜਿਹੜੇ ਬੁੱਧ ਧਰਮ ਨੂੰ ਡਿਸਟਰੋਏ ਕਰਨ ਦਾ ਕੰਮ ਸ਼ੁਰੂ ਕੀਤਾ। ਉਦੋਂ ਭਿਕਸ਼ੂਆਂ ਨੂੰ ਕਤਲੇਆਮ ਕੀਤਾ, ਮੰਦਿਰ ਜਿਹੜੇ ਬੁੱਧ ਵਿਹਾਰ ਸੀ ਉਹਨੂੰ ਢਾਇਆ ਗਿਆ, ਉਹਨਾਂ ਨੂੰ ਡਿਸਟਰੋਏ ਕੀਤਾ ਗਿਆ। ਭਿਕਸ਼ੂਆਂ ਦੇ ਨਾਲ ਜਿਹੜੇ ਸਿਰਾਂ ਦੇ ਇਨਾਮ ਰੱਖਿਆ ਗਿਆ ਕਿ 100 ਮੋਹਰ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾਊਗੀ ਜਿਹੜਾ ਭਿਕਸ਼ੂ ਦਾ ਕਤਲ ਕਰਕੇ ਉਹਦਾ ਸਿਰ ਲੈ ਕੇ ਆਊਗਾ। ਔਰ ਆਪਾਂ ਇਹ ਗੱਲ ਵੀ ਦੱਸੀ ਸੀ ਕਿ ਜਿਹੜਾ ਅੱਜ ਨਾਰੀਅਲ ਤੋੜਿਆ ਜਾਂਦਾ ਜੀ, ਬਿਲਕੁਲ ਇਹ ਉਸ ਟਾਈਮ ਤੋਂ ਇੱਕ ਪ੍ਰਥਾ ਆ ਕਿ ਜਿਹੜਾ ਭਿਕਸ਼ੂ ਦਾ ਸਿਰ ਲਿਆਊਗਾ ਔਰ ਉਹਨੂੰ ਪੱਥਰ ਤੇ ਤੋੜਿਆ ਜਾਊਗਾ, ਔਰ ਤੁਹਾਨੂੰ 100 ਜਿਹੜੀ ਆ ਉਹ ਅਸ਼ਰਫੀ ਜਾਂ ਮੋਹਰ ਦਿੱਤੀ ਜਾਊਗੀ। ਔਰ ਹੋਇਆ ਕੀ ਉਸ ਟਾਈਮ ਦੇ ਉੱਤੇ ਪਿਆਰੇ ਦਰਸ਼ਕੋ ਕਿ ਕਈਆਂ ਨੇ ਉਹ ਜਿਹੜਾ ਸਿਰ ਲਿਆਂਦਾ ਉਹ ਦੁਬਾਰਾ ਮੁੜ ਕੇ ਫੇਰ ਉਹਨਾਂ ਨੇ ਇਹ ਪੇਸ਼ ਕੀਤਾ। ਔਰ ਉਹ ਜਿਹੜਾ ਸੀਗਾ ਪੁਸ਼ਮਿਤਰ ਸ਼ੁੰਗ ਸੀਗਾ, ਉਹਨੇ ਕਿਹਾ ਵੀ ਇਹ ਦੁਬਾਰਾ ਮੁੜ ਕੇ ਉਹ ਲਈ ਜਾਂਦੇ ਆ, ਇਹ ਜਿਹੜਾ ਸਿਰ ਹੈਗਾ ਇਹਨੂੰ ਪੱਥਰ ਤੇ ਤੋੜਿਆ ਜਾਵੇ। ਬਿਲਕੁਲ। ਔਰ ਉਹਨੂੰ ਨਾਰੀਅਲ ਤੋੜਨਾ ਸ਼ੁਰੂ ਹੋਇਆ, ਇਹਦੀ ਇੱਕ ਪ੍ਰਥਾ ਸ਼ੁਰੂ ਹੋਈ। ਹਾਂਜੀ। ਸੋ ਇਸ ਤਰੀਕੇ ਨਾਲ ਮਤਲਬ ਉੱਥੋਂ ਜਿਹੜਾ ਡਾਊਨਫੋਲ ਹੋਇਆ ਬੁੱਧਿਜ਼ਮ ਦਾ ਸ਼ੁਰੂ, ਮਤਲਬ ਇੱਕ ਸਾਜ਼ਿਸ਼ ਦੇ ਅਧੀਨ ਜੀ। ਪਰ ਇੱਕਦਮ ਉਦੋਂ ਖਤਮ ਨਹੀਂ ਹੋ ਗਿਆ। ਉਹ ਫਿਰ ਜਦੋਂ ਨਾ ਜਿਹੜਾ ਪੁਸ਼ਮਿਤ ਸ਼ੁੰਗ ਸੀ, ਜਦੋਂ ਉਹ ਰਾਜਾ ਬਣਦਾ ਤੇ ਉਹਦੀ ਜਿਹੜੀ ਰਾਜਧਾਨੀ ਹੁੰਦੀ ਪਾਟਲੀਪੁੱਤਰ ਹੁੰਦੀ, ਅੱਜ ਕੱਲ੍ਹ ਦੀ ਪਟਨਾ ਸਾਹਿਬ। ਤੇ ਫਿਰ ਉਹਨੂੰ ਉੱਥੋਂ ਭੱਜਣਾ ਪੈਂਦਾ ਜਦੋਂ ਬੋਧੀ ਰਾਜੇ ਜਿਹੜੇ ਹੋਰ ਆਲੇ ਦੁਆਲੇ ਸੀ ਉਹ ਬਗਾਵਤ ਕਰ ਦਿੰਦੇ ਹੈਗੇ ਆ। ਤੇ ਫਿਰ ਉਹਨੂੰ ਆਪਣੇ ਉੱਥੋਂ ਰਾਜਧਾਨੀ ਬਦਲ ਕੇ ਅਯੋਧਿਆ ਆਉਣੀ ਪੈਂਦੀ। ਉਸ ਵੇਲੇ ਉਹਦਾ ਨਾਂ ਸਾਕੇਤ ਹੁੰਦਾ, ਸਾਕੇਤ ਸੀਗਾ ਉਹਦਾ ਨਾਂ। ਅਯੋਧਿਆ ਫਿਰ ਉਹ ਰੱਖਦਾ ਹੈਗਾ। ਮਤਲਬ ਉਸ ਤੋਂ ਆਜ਼ਾਦੀ, ਮਤਲਬ ਇਹ ਬਣਦੇ 184 BC ਦੀ ਗੱਲ ਹੈਗੀ ਆ ਜਦੋਂ ਪੁਸ਼ਮਿਤ ਸ਼ੁੰਗ ਦਾ
ਪੁਸ਼ਮਿਤ ਸ਼ੁੰਗ ਬ੍ਰਿਹਦਰਥ ਮੌਰੀਆ ਦਾ ਕਤਲ ਕਰਦਾ। ਜੀ ਜਿਹੜੀ ਅਯੋਧਿਆ ਬਣਦੀ ਉਸ ਤੋਂ ਬਾਅਦ ਬਣਦੀ ਆ। ਅਸੀਂ ਇਹ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੋਟ ਕਰਨੀਆਂ ਵੀ ਅਯੋਧਿਆ ਕਦੋਂ ਤੋਂ ਬਣੀ ਆ। ਪਿਆਰੇ ਦਰਸ਼ਕੋ ਇੱਥੇ ਇੱਕ ਨੋਟ ਕਰਿਓ, ਅਯੋਧਿਆ ਜਿੱਥੇ ਹੁਣ ਰਾਮ ਮੰਦਿਰ ਦਾ ਰੌਲਾ ਹੈਗਾ ਜੀ, ਬਾਬਰੀ ਮਸਜਿਦ ਦਾ ਰੌਲਾ ਹੈਗਾ, ਉੱਥੇ ਜਿੰਨੀਆਂ ਵੀ ਖੋਜਾਂ ਕੀਤੀਆਂ ਗਈਆਂ ਉੱਥੋਂ ਤਥਾਗਤ ਭਗਵਾਨ ਬੁੱਧ ਦੇ ਜਿਹੜੇ ਸਟੈਚੂ ਆ ਉਹਨਾਂ ਦੇ ਸ਼ਿਲਾ ਲੇਖ ਹੈਗੇ ਆ, ਉਹਨਾਂ ਦੀਆਂ ਨਿਸ਼ਾਨੀਆਂ ਔਰ ਉਹਨਾਂ ਦੇ ਜਿੱਥੇ ਉਹ ਮੰਦਿਰ ਸੀਗਾ ਉੱਥੇ ਦਰਅਸਲ ਬੁੱਧ ਮੰਦਿਰ ਸੀਗਾ ਉੱਥੇ ਔਰ ਉੱਥੋਂ ਉਹ ਨਿਕਲਿਆ। ਪਰ ਇਹ ਆ ਕਿ ਜਿਸ ਕੀ ਲਾਠੀ ਉਸ ਕੀ ਭੈਂਸ, ਉਹ ਕਿਸੇ ਨੇ ਵੀ ਉਹ ਸੁਣਿਆ ਨਹੀਂ। ਉੱਥੇ ਦੇ ਇਲਾਕੇ ਦੇ ਲੋਕ ਜਿਹੜੇ ਆ ਸੋਵਨੀਅਰ ਚੱਕ ਹਾਲੇ ਵੀ ਉਹਨਾਂ ਨੇ ਆਪਣੇ ਘਰਾਂ 'ਚ ਰੱਖੇ ਹੋਆ। ਜਿਹੜਾ ਪੁਸ਼ਮਿਤ ਸ਼ੁੰਗ ਸੀਗਾ ਮਤਲਬ ਜਿਹੜਾ ਹੁਣ ਪੂਰਾ ਭਾਰਤ ਸੀਗਾ ਸਮਰਾਟ ਅਸ਼ੋਕ ਦੇ ਟਾਈਮ ਦੇ ਵਿੱਚ, ਪੁਸ਼ਮਿਤ ਸ਼ੁੰਗ ਉਹ ਸਾਰੇ ਨੂੰ ਸੰਭਾਲ ਨਹੀਂ ਸਕਿਆ। ਮਤਲਬ ਸਾਰਾ ਰਾਜ ਜਿਹੜਾ ਸੀਗਾ ਇੱਕ ਤਰ੍ਹਾਂ ਉਹਦਾ ਨਹੀਂ ਸੀ, ਸਿਰਫ ਥੋੜਾ ਮਗਧ ਦੇ ਇਲਾਕੇ ਦੇ ਵਿੱਚ ਮਤਲਬ ਉਹ ਸੀਮਤ ਹੋ ਗਿਆ ਥੋੜੇ ਏਰੀਆ 'ਚ। ਪਰ ਜਿਹੜਾ ਬਾਕੀ ਦਾ ਇਲਾਕਾ ਸੀਗਾ ਉੱਥੇ ਜਿਹੜਾ ਬੁੱਧ ਧਰਮ ਪ੍ਰਫੁੱਲਤ ਹੁੰਦਾ ਰਿਹਾ ਫਿਰ ਬਿਲਕੁਲ ਉਹਦੇ ਵਿੱਚ ਕਾਫੀ ਜਿਹੜਾ ਸੀਗਾ ਉਹ ਆਉਂਦੇ ਰਹਿ ਗਿਆ। ਜਿਹੜਾ ਸੀਗਾ ਪੁਸ਼ਪ ਸ਼ੁੰਗ ਸੀਗਾ ਹਾਂਜੀ, ਉਹਨੇ ਜਿੰਨੀਆਂ ਵੀ ਉਹ ਸਰਾਵਾਂ ਸੀਗੀਆਂ ਪਹਿਲਾਂ ਤਾਂ ਉਹਨਾਂ ਨੂੰ ਢਾਉਣ ਦਾ ਕੰਮ ਕੀਤਾ ਹੈ ਜੀ, ਲਾ ਕੇ ਬੰਗਲਾਦੇਸ਼ ਤੋਂ ਲਾ ਕੇ ਮਿਆਂਮਾਰ ਤੋਂ ਲਾ ਕੇ ਅਫਗਾਨਿਸਤਾਨ ਤੱਕ। ਕਿਉਂਕਿ ਤੁਹਾਨੂੰ ਪਤਾ ਪਿਆਰੇ ਦਰਸ਼ਕੋ, ਜਿਸਲੇ ਅਮਰੀਕਾ ਨੇ ਬੰਬਾਰਮੈਂਟ ਅਫਗਾਨਿਸਤਾਨ 'ਤੇ ਕੀਤੀ ਸੀਗੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ, ਉਸ ਟਾਈਮ 'ਤੇ ਸਭ ਤੋਂ ਵੱਡੇ ਸਟੈਚੂ ਉੱਥੇ ਬੁੱਧ ਦੇ ਮਿਲੇ ਸੀ ਔਰ ਉਹ ਹਾਲੇ ਤੱਕ ਪ੍ਰੀਜ਼ਰਵ ਕੀਤੇ ਆ, ਢਾਏ ਵੀ ਆ ਉਹ ਹੈ ਜੀ। ਔਰ ਆਪਾਂ ਦੇਖੋ ਜਿਹੜੇ ਸਮਰਾਟ ਅਸ਼ੋਕ ਦੇ ਪਿਲਰਸ ਲੱਗੇ ਆ, ਜਿਹੜੇ ਸ਼ਿਲਾਲੇਖ ਲੱਗੇ ਹੈਗੇ ਆ, ਉਹਦੇ ਉੱਤੇ ਜਿਹੜੀ ਭਾਸ਼ਾ ਲਿਖੀ ਹੋਈ ਆ ਤੁਸੀਂ ਉਹਨੂੰ ਆਪਾਂ ਪਾਲੀ ਭਾਸ਼ਾ ਵੀ ਕਹਿੰਦੇ ਆ, ਉਹਨੂੰ ਤਮਲਿਪੀ ਵੀ ਕਹਿੰਦੇ ਆ। ਤਮਲਿਪੀ ਇੱਦਾਂ ਹੀ ਅੱਜ ਜਿੱਦਾਂ ਕਹਿੰਦੇ ਆ ਨਾ ਆਪਣੇ ਪੰਜਾਬੀ ਆ, ਤੇ ਉਹਨੂੰ ਆਪਾਂ ਗੁਰਮੁਖੀ ਵੀ ਕਹਿੰਦੇ ਆ। ਇਸ ਤਰੀਕੇ ਪਾਲੀ ਨਾਲ ਹੀ ਉਹਨੂੰ ਕਹਿੰਦੇ, ਉਹਨੂੰ ਮਗਧੀ ਵੀ ਕਹਿੰਦੇ ਸੀ ਤੇ ਉਹਨੂੰ ਤਮਲਿਪੀ ਵੀ ਇਸ ਤਰੀਕੇ ਨਾਲ ਹੀ ਕਹਿੰਦੇ ਜਿੱਦਾਂ ਆਪਾਂ ਬਿਲਕੁਲ ਪੰਜਾਬੀ ਨੂੰ ਗੁਰਮੁਖੀ ਕਹਿੰਦੇ ਹੈਗੇ ਆ। ਔਰ ਨਾਲ ਹੀ ਇਹ ਆ ਕਿ ਜਿਹੜਾ ਖੋਜਾਂ ਹੋ ਰਹੀਆਂ ਨਾ ਹਾਲੇ ਵੀ ਉਹ ਪਾਕਿਸਤਾਨ ਦੇ ਵਿੱਚ ਹੈਗਾ ਮੋਹਨਜੋ-ਦੜੋ। ਮੋਹਨਜੋ-ਦੜੋ 'ਚ ਇਹ ਬਿਲਕੁਲ ਸਾਬਤ ਹੋ ਗਿਆ ਕਿ ਥੱਲਿਓਂ ਬਹੁਤ ਵੱਡੇ ਜਿਹੜੇ ਆ ਸ਼ਿਲਾਲੇਖ ਮਿਲੇ ਆ, ਮਹਿਲ ਮਿਲੇ ਆ ਔਰ ਪੁਰਾਣੇ ਟਾਈਮ ਦੇ ਭਗਵਾਨ ਬੁੱਧ ਦੇ ਟਾਈਮ ਦੇ ਔਰ ਅਸ਼ੋਕ ਦੇ ਟਾਈਮ ਦੇ ਉਸ ਟਾਈਮ ਦੀਆਂ ਜਿਹੜੀਆਂ ਹੈਗੀਆਂ ਉੱਥੋਂ ਬਹੁਤ ਵੱਡੀਆਂ ਬਿਲਡਿੰਗਾਂ ਮਿਲੀਆਂ। ਔਰ ਜਿਹੜੇ ਕੋਈ ਨਹੀਂ ਅੱਛਾ, ਮੈਂ ਗੱਲ ਕਰਦਾ ਕਿ ਜਿਹੜੇ ਸਮਰਾਟ ਅਸ਼ੋਕ ਦੇ ਸ਼ਿਲਾਲੇਖ ਵਗੈਰਾ ਨਾ ਉਹਨਾਂ ਦੀ ਜਿਹੜੀ ਭਾਸ਼ਾ ਪੜ੍ਹੀ ਗਈ ਆ ਉਹ 1837 ਦੇ ਵਿੱਚ 1837 ਵਿੱਚ ਪੜ੍ਹੀ ਗਈ ਆ। ਉਸ ਤੋਂ ਪਹਿਲਾਂ ਉਹ ਕਿਸੇ ਨੇ ਪੜ੍ਹ ਨਹੀਂ ਹੋਈ। ਔਰ ਉਹ ਇੱਕ ਅੰਗਰੇਜ਼ ਸੀਗਾ ਜੇਮਸ ਪ੍ਰਿੰਸੈਪ, ਉਹਨੇ 1837 ਵਿੱਚ ਇਹਨੂੰ ਪੜ੍ਹਿਆ ਸੀਗਾ। ਮਤਲਬ ਇਹ ਜਿਹੜੀ ਆ ਡੀਕੋਡ ਕੀਤੀ ਹੈਗੀ ਆ। ਅੱਛਾ, ਥੋੜਾ ਜਿਹਾ ਆਪਾਂ ਇਹ ਆ ਕਿ ਉਹਨਾਂ ਦੀ ਇਹ ਠੀਕ ਹੈ ਲਾਈਫ ਹੋ ਗਈ, ਸਫਰ ਹੋ ਗਿਆ। ਇੱਕ ਹੋਰ ਚੀਜ਼ ਦੱਸਣੀ ਚਾਹਦਾ, ਇਹ ਨਹੀਂ ਹੈ ਕਿ ਜਦੋਂ ਪੁਸ਼ਮਿਤ ਸ਼ੁੰਗ ਆਇਆ ਤੇ ਭਾਰਤ ਵਿੱਚੋਂ ਜਿਹੜਾ ਬੁੱਧਿਜ਼ਮ ਗਾਇਬ ਹੋ ਗਿਆ। ਨਹੀਂ, ਇੱਕ ਕਨਿਸ਼ਕ ਰਾਜਾ ਹੋਇਆ, ਉਹਦਾ ਵੀ ਬਹੁਤ ਵੱਡਾ ਰਾਜ ਹੋਇਆ ਔਰ ਉਹਦਾ ਬਰਥ ਜਿਹੜਾ ਸੀਗਾ 78 ਮਤਲਬ ਪਹਿਲੀ ਸਦੀ ਦੇ ਵਿੱਚ ਉਹਨੇ ਉਹ ਰਾਜ ਸਥਾਪਿਤ ਕੀਤਾ ਔਰ ਉਹ ਕਾਫੀ ਚਿਰ ਉਹਨਾਂ ਦਾ ਰਾਜ ਰਿਹਾ ਹੈਗਾ। ਫਿਰ 6ਵੀਂ ਸਦੀ ਦੇ ਵਿੱਚ ਹਰਸ਼ਵਰਧਨ ਆਏ, ਉਹ ਵੀ ਆਏ ਆ। ਜਿਹੜੀ ਨਾਲੰਦਾ ਯੂਨੀਵਰਸਿਟੀ ਆ ਉਹ ਸਾੜੀ ਗਈ ਆ 13ਵੀਂ ਸਦੀ ਦੇ ਵਿੱਚ। ਮਤਲਬ ਨਾਲੰਦਾ ਯੂਨੀਵਰਸਿਟੀ ਜਦੋਂ 13ਵੀਂ ਸਦੀ ਵਿੱਚ ਸਾੜੀ ਜਾਂਦੀ ਆ ਤੇ ਉਦੋਂ ਤੱਕ ਬੁੱਧਿਜ਼ਮ ਸਾਹ ਲੈਂਦਾ ਹੁੰਦਾ ਆ। ਬਿਲਕੁਲ ਮਤਲਬ ਜਿਹੜਾ ਬੁੱਧਿਜ਼ਮ ਟੋਟਲੀ ਖਤਮ ਕੀਤਾ ਉਸ ਤੋਂ ਬਾਅਦ ਹੁੰਦਾ ਆ ਉਹ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਹ ਖਤਮ ਕਰ ਦਿੱਤਾ। ਬਿਲਕੁਲ। ਔਰ ਇੱਕ ਦੋ ਚੀਜ਼ਾਂ ਹੋਰ ਨੋਟ ਕਰਨ ਵਾਲੀਆਂ ਕਿ ਜਿਹੜਾ ਅੱਜ ਦਾ ਕਾਸਟ ਸਿਸਟਮ ਆ ਇਹ ਤਥਾਗਤ ਬੁੱਧ ਦੇ ਟਾਈਮ ਦੇ ਵਿੱਚ ਹੈ ਨਹੀਂ ਸੀ। ਬਿਲਕੁਲ ਨਹੀਂ, ਬਿਲਕੁਲ। ਔਰ ਸਮਰਾਟ ਅਸ਼ੋਕ ਜਿਹੜਾ ਮੌਰੀਆ ਵੰਸ਼ ਦੇ ਟਾਈਮ ਦੇ ਵਿੱਚ ਵੀ ਇਹ ਹੈ ਨਹੀਂ ਸੀ। ਕੋਈ ਜਾਤਾਂ ਨਹੀਂ ਸੀ ਉਦੋਂ। ਕਈ ਲੋਕ ਮਿਕਸਅਪ ਹੋ ਜਾਂਦੇ, ਕਿੱਤੇ ਸੀਗੇ ਜਿਹੜਾ ਪ੍ਰੋਫੈਸ਼ਨ ਸੀਗੇ ਪਰ ਕਾਸਟ ਸਿਸਟਮ ਨਹੀਂ ਸੀ ਜਿਹੜਾ ਹੈਗਾ। ਇਹ ਲੇਟੈਸਟ ਆ 600 800 1200 ਸਾਲ ਪਹਿਲਾਂ ਦੇ ਵਿੱਚ ਬਣਿਆ ਆ। ਜੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਦ ਅਨਟੱਚੇਬਲ ਮੂਵਮੈਂਟ ਆਓ, ਬਿਲਕੁਲ ਉਹ ਪੜ੍ਹੀ ਜਾ ਸਕਦੀ, ਉਹਦੇ ਵਿੱਚ ਵੀ ਕਾਫੀ ਕੁਛ ਮਿਲਦਾ ਹੈਗਾ ਤੇ ਹਾਂਜੀ ਚਲੋ। ਜਦੋਂ ਮਨੁ ਸਮ੍ਰਿਤੀ ਲਿਖੀ ਜਾਂਦੀ ਬਾਅਦ ਵਿੱਚ ਲਿਖੀ ਜਾਂਦੀ। ਈਵਨ ਜਦੋਂ ਆਪਾਂ ਵੇਦਾਂ ਦੀ ਵੀ ਗੱਲ ਕਰਦੇ ਨਾ ਬਹੁਤ ਪੁਰਾਣੇ ਹੈਗੇ ਆ। ਤਥਾਗਤ ਬੁੱਧ ਦੇ ਟਾਈਮ ਦੇ ਵਿੱਚ ਵੇਦ ਨਹੀਂ ਹੁੰਦੇ, ਔਰਲ ਹੁੰਦੇ, ਜ਼ਬਾਨੀ ਕਲਾਮੀ ਹੁੰਦੇ।
ਈਵਨ ਤ੍ਰਿਪਿਟਕ ਤਥਾਗਤ ਬੁੱਧ ਦੇ ਵੀ ਜਿਹੜੇ ਵਚਨ ਹੈਗੇ ਤ੍ਰਿਪਿਟਕ ਵੀ, ਉਹ ਵੀ ਬਹੁਤ ਬਾਅਦ ਵਿੱਚ ਲਿਖੇ ਜਾਂਦੇ ਆ। ਦੇਖੋ ਜੇ ਸਮਰਾਟ ਅਸ਼ੋਕ ਦੇ ਟਾਈਮ ਦੀ ਜਿਹੜੀ ਲਿਪੀ ਹੈਗੀ ਆ, ਭਾਸ਼ਾ ਜਿਹੜੀ ਹੈਗੀ ਆ, ਉਹ ਨਹੀਂ ਪੜ੍ਹੀ ਜਾਂਦੀ ਤੇ ਉਹ ਜੇ ਸੰਸਕ੍ਰਿਤ ਹੁੰਦੀ ਤਾਂ ਸਮਰਾਟ ਅਸ਼ੋਕ ਸੰਸਕ੍ਰਿਤ ਨਾ ਲਿਖਦਾ। ਬਿਲਕੁਲ ਬਿਲਕੁਲ ਹੈ ਜੀ। ਜੇ ਵੇਦਾਂ ਵਾਲੀ ਭਾਸ਼ਾ ਹੁੰਦੀ ਉਹ ਨਾ ਲਿਖਦਾ, ਉਹਨਾਂ ਲੋਕਾਂ ਨੂੰ ਪਤਾ ਲੱਗਦਾ ਨਹੀਂ ਇਹ ਵੀ ਉਹ ਤੋਂ ਵੀ ਵੱਧ ਹੀ ਆ। ਬਿਲਕੁਲ ਐਵੇਂ ਕਹਿੰਦੇ ਰਹਿੰਦੇ ਕਿ ਇਹ ਤਾਂ ਬਹੁਤ ਪੁਰਾਣੀ ਹੈਗੀ ਆ। ਸੋ ਜ਼ਰੂਰੀ ਆ ਕਿ ਅਸੀਂ ਆਪਣਾ ਇਤਿਹਾਸ ਦੇਖੀਏ। ਜੇ ਅਸੀਂ ਜੇ ਬਾਬਾ ਸਾਹਿਬ ਕਹਿੰਦੇ ਕਿ ਜਿਹੜਾ ਇਤਿਹਾਸ ਜਾਣਦੇ ਨਹੀਂ ਗੇ ਉਹ ਨਵਾਂ ਇਤਿਹਾਸ ਦੀ ਸਿਰਜਣਾ ਨਹੀਂ ਕਰ ਸਕਦੇ, ਨਵਾਂ ਇਤਿਹਾਸ ਲਿਖ ਨਹੀਂ ਸਕਦੇ। ਬਿਲਕੁਲ ਬਿਲਕੁਲ ਕਿ ਐਕਚੁਅਲੀ ਭਾਰਤ ਦਾ ਬੁੱਧਿਜ਼ਮ ਜਿਹੜਾ ਆ, ਤਥਾਗਤ ਬੁੱਧ ਜਿਹੜੇ ਆ ਭਾਰਤ ਦੇ ਪਹਿਲੇ ਸਮਾਜ ਸੁਧਾਰਕ ਹੋਏ ਆ, ਜਿਨ੍ਹਾਂ ਨੇ ਇੱਕ ਕ੍ਰਾਂਤੀ ਲਿਆਂਦੀ, ਇੱਕ ਰੈਵੋਲੂਸ਼ਨ ਲਿਆਂਦਾ, ਜਿਨ੍ਹਾਂ ਨੇ ਬ੍ਰਾਹਮਣਵਾਦ ਦੇ ਖਿਲਾਫ ਸਾਰੀ ਮੂਵਮੈਂਟ ਚਲਾਈ ਆ ਔਰ ਉਹਨੂੰ ਖਤਮ ਕੀਤਾ। ਬਿਲਕੁਲ ਇਕੁਆਲਿਟੀ, ਲਿਬਰਟੀ ਔਰ ਭਾਈਚਾਰਾ ਜਿਹੜਾ ਉਹਨਾਂ ਦਾ ਇੱਕ ਮੈਸੇਜ ਸੀਗਾ। ਔਰ ਜਿਹੜਾ ਕਿ ਬਾਬਾ ਸਾਹਿਬ ਨੇ ਇਹ ਆ ਕੇ ਵਿਧਾਨ ਦੇ ਵਿੱਚ ਕਾਨੂੰਨੀ ਜਾਮਾ ਪਹਿਨਾਇਆ, ਇਕੁਆਲਿਟੀ, ਲਿਬਰਟੀ। ਉਹੀ ਮੈਂ ਕਹਿਣਾ ਚਾਹੁੰਦਾ, ਜਦੋਂ 13ਵੀਂ ਸਦੀ ਵਿੱਚ ਨਾਲੰਦਾ ਯੂਨੀਵਰਸਿਟੀ ਸਾੜੀ ਜਾਂਦੀ ਹੈ ਨਾ, ਉਦੋਂ ਠੀਕ ਹੈ ਕਿ ਭਾਰਤ ਵਿੱਚ ਤੁਹਾਨੂੰ ਭਿਕਸ਼ੂ ਨਹੀਂ ਮਿਲਦੇ, ਭਾਰਤ ਵਿੱਚ ਲੋਕਾਂ ਨੂੰ ਚੇਤਾ ਭੁੱਲ ਗਿਆ ਕਿ ਬੁੱਧਿਜ਼ਮ ਵੀ ਕੋਈ ਚੀਜ਼ ਹੈਗੀ ਆ, ਪਰ ਉਹਨਾਂ ਦੀ ਵਿਚਾਰ ਨੂੰ ਲੈ ਕੇ ਜਿਹੜਾ ਸੰਘਰਸ਼ ਹੈ ਉਹ ਜਾਰੀ ਰਿਹਾ। ਬਿਲਕੁਲ ਕਰ ਲੈ ਲਈਏ। ਹੈਲੋ ਜੀ, ਜੈ ਗੁਰਦੇਵ, ਜੈ ਪੀਰ, ਕੌਣ ਕਿੱਥੋਂ ਜੀ? ਹੈਲੋ ਹੈਲੋ ਹੈਲੋ, ਮੇਰੀ ਆਵਾਜ਼ ਆ ਰਹੀ ਹੈ ਸਰ ਤੁਹਾਨੂੰ? ਆ ਰਹੀ ਹੈ ਜੀ, ਥੋੜਾ ਉੱਚਾ ਬੋਲਿਓ ਸਰ। ਸੁਣ ਰਿਹਾ ਬੁੱਧਿਜ਼ਮ ਤੇ ਹਿੰਦੂਇਜ਼ਮ ਬੜੇ ਪੁਰਾਣੇ ਮਜ਼ਹਬ ਨੇ, ਅਸ਼ੋਕਾ ਦੇ ਜ਼ਮਾਨੇ ਦੇ, ਤੇ ਬੁੱਧਿਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ। ਮੈਂ ਇੱਕ ਹੋਰ ਜ਼ਰਾ ਤੁਹਾਡੀ ਤਵੱਜੋ ਦਿਲਾਣਾ ਚਾਹੁੰਦਾ। ਮੈਂ ਈਰਾਨ 'ਚ ਇੱਕ ਤਖਤ ਜਮਸ਼ੇਦ ਉਹਨੂੰ ਕਹਿੰਦੇ ਨੇ, ਅੰਗਰੇਜ਼ੀ ਕਹਿੰਦੇ ਨੇ ਪਰਸੀਪੋਲਸ, ਉਹ ਮੈਂ ਜਗ੍ਹਾ ਦੇਖੀ। ਉੱਥੇ ਪੁਰਾਣੇ ਖੰਡਰਾਤ ਨੇ, ਮਹੱਲਾਤ ਨੇ, ਤੇ ਉੱਥੇ ਸ਼ਾਹ ਫਰਾਨ ਜਿਹੜਾ ਹੁਣ ਫੌਤ ਹੋ ਗਿਆ, ਉਹਨੇ ਇੱਕ ਦਫਾ ਬੜੀ ਸੈਲੀਬ੍ਰੇਸ਼ਨ ਉੱਥੇ ਕੀਤੀਆਂ ਸਨ ਤੇ ਸਾਰੇ ਦੁਨੀਆ ਦੇ ਵੱਡੇ ਬਾਦਸ਼ਾਹ ਤੇ ਕਿੰਗ ਬੁਲਾਏ ਸਨ। ਉਹਨੇ ਸਾਰਿਆਂ ਨੂੰ ਮੁਖਾਤਬ ਕਰਕੇ ਕਿਹਾ ਸੀ, ਕਹਿੰਦਾ ਸੀ ਤੁਸੀਂ ਲੋਕੀ ਘਾਹ ਖਾਂਦੇ ਸੋ ਜਦੋਂ ਤੁਸੀਂ ਮਹੱਲਾਤ ਹੀ ਜਾਂਦੇ ਸਾਂ। ਉਹ ਇਹ ਪੁਰਾਣੀਆਂ ਗੱਲਾਂ, ਪੁਰਾਣੀ ਓਲਡ ਸਿਵਲਾਈਜੇਸ਼ਨ ਚ, ਮਤਲਬ ਇਸਲਾਮਿਕ ਸਿਵਲਾਈਜੇਸ਼ਨ ਦੀ ਕਾਫੀ ਪੁਰਾਣੀ ਹੈ। ਉਹ ਜਿਨ੍ਹਾਂ ਨੇ ਦੇਖਿਆ ਤਖਤ ਜਮਸ਼ੇਦ, ਉੱਥੇ ਦੇਖੋ ਪੁਰਾਣੇ ਮਹੱਲਾਤ ਨੇ ਤੇ ਬੜੇ ਉਹਨੇ ਸ਼ਿਰਾਜ਼ ਦੇ ਕੋਲ ਕਰਕੇ ਹੈਗਾ, ਤੇ ਉੱਥੇ ਨਾਲ ਹੋਟਲ, ਮੈਟਰੋ, ਬੜਾ ਵੱਡਾ 5 ਸਟਾਰ ਹੋਟਲ ਹੈ, ਕਈ ਟੂਰਿਸਟ ਵਗੈਰਾ ਜਾਂਦੇ ਨੇ। ਤੇ ਮੈਂ ਕਿਹਾ ਉਹਦਾ ਵੀ ਮੈਂ ਜ਼ਿਕਰ ਕਰ ਦਵਾਂ ਕਿਉਂਕਿ ਮੈਂ ਖੁਦ ਉਹ ਦੇਖਿਆ ਦਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਦੇਖੋ ਪਿਆਰੇ ਦਰਸ਼ਕੋ, ਆਪਾਂ ਦਵਿੰਦਰ ਆਪਾਂ ਹਿਸਟਰੀ ਬਾਰੇ ਬਹੁਤ ਕੁਝ ਦੱਸ ਚੁੱਕਾ। ਥੋੜ੍ਹਾ ਜਿਹਾ ਉਹਨਾਂ ਦੀ ਜੋ ਸਿੱਖਿਆ ਸੀਗੀ, ਹਾਂਜੀ, ਉਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਗੱਲਬਾਤ ਕਰੀਏ ਜ਼ਰੂਰ। ਔਰ ਪਿਆਰੇ ਦਰਸ਼ਕੋ, ਆਮ ਤੌਰ 'ਤੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਹਰ ਇੱਕ ਧਰਮ ਦਾ ਜਾਂ ਮਜ਼ਹਬ ਦਾ ਜਾਂ ਕੋਈ ਲਹਿਰ ਚੱਲਦੀ, ਉਹਦਾ ਕੋਈ ਨਾ ਕੋਈ ਬਾਨੀ ਹੁੰਦਾ। ਹਾਂਜੀ, ਔਰ ਉਹ ਆਪਣੀ ਜਗ੍ਹਾ ਵੀ ਬਣਾਉਂਦਾ। ਬਿਲਕੁਲ, ਉਹ ਆਪਣੇ ਆਪ ਨੂੰ ਉਹਦਾ ਸੁਪਰੀਮ ਦੱਸਦਾ ਜੀ ਕਿ ਮੈਂ ਸਭ ਤੋਂ ਵੱਡਾ ਮੈਂ ਹਾਂ ਔਰ ਤੁਸੀਂ ਮੈਨੂੰ ਮੰਨੋ ਜਾਂ ਪੂਜੋ। ਇਹ ਆ ਕਿ ਤਥਾਗਤ ਬੁੱਧ ਦੀ ਜਿਹੜੀ ਇਹ ਗੱਲ ਸੀਗੀ, ਉਹ ਬਿਲਕੁਲ ਆਪਣੀ ਉਹਨਾਂ ਨੇ ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਬਣਾਈ ਜੀ। ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਆਪਣੇ ਬਾਕੀਆਂ ਨਾਲੋਂ ਅਲੱਗ ਨਹੀਂ ਪੇਸ਼ ਕੀਤਾ, ਬਿਲਕੁਲ ਆਪਣੇ ਆਪ ਨੂੰ ਸੁਪਰੀਮ ਨਹੀਂ ਦੱਸਿਆ ਕਿ ਮੈਂ ਸਭ ਤੋਂ ਵੱਡਾ ਆ। ਔਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀ ਤੁਸੀਂ ਪੂਜਾ ਕਰੋ, ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਉਹਨਾਂ ਨੇ ਇਹ ਕਿਹਾ ਕਿ ਜੋ ਕੁਛ ਕਰਨਾ ਹੈਗਾ ਤੁਸੀਂ ਆਪ ਕਰਨਾ, ਤੁਹਾਡਾ ਜਿਹੜਾ ਮਾਈਂਡ ਹੈਗਾ ਤੁਸੀਂ ਆਪ ਕਰਨਾ, ਆਪਣੇ ਦੀਪਕ ਤੁਸੀਂ ਆਪ ਬਣਨਾ। ਉਹਨਾਂ ਨੇ ਇਹ ਆ ਕਿ ਬਿਲਕੁਲ ਇੰਡੀਵਿਜੂਅਲ ਬੰਦੇ ਦੇ ਉੱਤੇ ਛੱਡ ਦਿੱਤਾ, ਇਨਸਾਨ ਦੇ ਉੱਤੇ ਛੱਡ ਦਿੱਤਾ ਭਈ ਜਿਹੋ ਜਿਹੇ ਤੁਹਾਡੇ ਖਿਆਲ ਹੋਊਗੇ, ਹਾਂਜੀ, ਉਹੋ ਜਿਹਾ ਤੁਹਾਡਾ ਜਿਹੜਾ ਫਿਊਚਰ ਬਣ ਜਾਏਗਾ। ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹੋ ਜਿਹਾ ਤੁਸੀਂ ਭੁਗਤੋਗੇ, ਠੀਕ ਹੈ। ਔਰ ਜੇ ਤੁਸੀਂ ਜ਼ੁਲਮ ਕਰੋਗੇ ਤਾਂ ਜ਼ੁਲਮ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਆ ਪੈਦਾ ਹੁੰਦੀ ਆ, ਹਰ ਇੱਕ ਚੀਜ਼, ਇੱਥੋਂ ਤੱਕ ਕਿ ਦਰਖਤ ਵੀ ਆ ਜਿਹੜੇ ਹੈਗੇ ਆ, ਜਾਨਵਰ ਹੈਗੇ, ਇਨਸਾਨ ਹੈਗੇ, ਕੋਈ ਵੀ ਚੀਜ਼ ਹੈਗੀ ਆ ਉਹ ਪੈਦਾ ਹੁੰਦੀ ਆ, ਉਹ ਹਮੇਸ਼ਾ ਲਈ ਨਹੀਂ ਰਹਿ ਸਕਦੀ। ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੈ, ਉਹ ਪਰਮਾਨੈਂਟ ਨਹੀਂ ਹੈਗੀ, ਉਹ ਅਸਥਾਈ ਹੈ ਬਿਲਕੁਲ। ਉਹਨੇ ਕਿਸੇ ਨਾ ਕਿਸੇ ਟਾਈਮ 'ਤੇ
ਖਤਮ ਹੋਣਾ ਹੈਗਾ। ਸੋ ਉਹਨਾਂ ਦੀ ਜਿਹੜੀ ਸਿੱਖਿਆ ਹੈਗੀ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਮਾਰਗਦਰਸ਼ਕ ਆਪ, ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਮਾਰਗਦਰਸ਼ਕ ਬਣਦਾ ਆ, ਤੁਹਾਨੂੰ ਰਾਹ ਦੱਸਦਾ ਹਾਂ, ਪਰ ਤੁਹਾਡੀ ਮੁਕਤੀ ਨਹੀਂ ਮੈਂ ਤੁਹਾਡੀ ਕਰ ਸਕਦਾ। ਤੁਹਾਡੀ ਮੁਕਤੀ ਜਿਹੜੀ ਤੁਹਾਡੇ ਆਪਣੇ ਹੱਥ ਵੱਸ ਵਾ। ਇਹ ਮੋਟੀਆਂ ਗੱਲਾਂ ਹੈਗੀਆਂ। ਹਾਂਜੀ ਹਾਂਜੀ ਹਾਂ, ਤੁਸੀਂ ਇਹਦੇ ਵਿੱਚ ਕੀ ਕਰਨਾ? ਬਿਲਕੁਲ, ਜਿੱਦਾਂ ਉਹਨਾਂ ਨੇ ਪਹਿਲਾਂ ਮਤਲਬ ਜਿਹੜਾ ਗਿਆਨ ਹੀ ਹੋਇਆ ਨਾ ਆਪਣੇ ਮੈਂਸ਼ਨ ਕਰਦੇ ਆ ਕਿ 4 ਆਰੇ ਸੱਤ ਜਿਹੜੇ ਉਹਨੇ ਦੱਸਿਆ। ਹਾਂਜੀ ਵੀ ਸੰਸਾਰ ਵਿੱਚ ਦੁੱਖ ਆ, ਨਾਨਕ ਦੁਖੀਆ ਸਭ ਸੰਸਾਰ ਵਿੱਚ ਦੁੱਖ ਆ ਔਰ ਦੁੱਖਾਂ ਦਾ ਕਾਰਨ ਆ ਔਰ ਕਾਰਨ ਜਿਹੜਾ ਹੈ ਉਹਦਾ ਨਿਵਾਰਣ ਵੀ ਆ, ਉਹਨਾਂ ਨੂੰ ਦੂਰ ਕੀਤਾ ਜਾ ਸਕਦਾ। ਦੁੱਖ ਇਹ ਨਹੀਂ ਆ ਵੀ ਦੁੱਖ ਹੈ ਤਾਂ ਉਹਨਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਮਤਲਬ ਉਹ ਕਹਿੰਦੇ ਉਹਨਾਂ ਨੂੰ ਦੁੱਖਾਂ ਨੂੰ ਦੂਰ ਵੀ ਕੀਤਾ ਜਾ ਸਕਦਾ। ਬਿਲਕੁਲ। ਫਿਰ ਉਹਦਾ ਉਹ ਮਾਰਗ ਦੱਸਦੇ ਆ ਵੀ ਜਿਹੜਾ ਮੱਧ ਮਾਰਗ ਹੈਗਾ, ਆਰੀਆ ਅਸ਼ਟਾਂਗਿਕ ਮਾਰਗ ਵੀ ਉਹਨੂੰ ਕਹਿੰਦੇ, ਆਰੀਆ ਅਸ਼ਟਾਂਗਿਕ ਮਾਰਗ ਹੈਗਾ, ਅਸ਼ਟ ਮਾਰਗ ਵੀ ਕਹਿੰਦੇ ਆ। ਮਤਲਬ ਉਹਨਾਂ ਨੇ ਫਿਰ ਦੱਸਿਆ ਦਾ ਫਾਰਮੂਲਾ ਸ਼ੀਲ ਸਮਾਧੀ ਪ੍ਰਗਿਆ। ਮਤਲਬ ਇਹਦੇ ਉਹਨੇ ਦੱਸਿਆ ਜਿਹੜਾ ਅਸ਼ਟ ਮਾਰਗ ਹੈਗਾ ਨਾ, ਉਹਦੇ ਵਿੱਚੋਂ ਪਹਿਲਾ ਦੱਸਦਾ ਸਮਯਕ ਦ੍ਰਿਸ਼ਟੀ, ਵੀ ਜਿਹੜੇ 4 ਆਰੇ ਸੱਤੇ ਹੈਗਾ ਨਾ 'ਚ ਵਿਸ਼ਵਾਸ ਕਰਨਾ। ਪਹਿਲਾਂ ਤਾਂ ਇਹ ਹੋਣਾ ਚਾਹੀਦਾ ਕਿ ਜਿਹੜੀ ਤੁਹਾਡੀ ਦ੍ਰਿਸ਼ਟੀ ਆ ਇਹ ਕਬੂਲ ਰਹੋ ਕਿ ਜੋ ਦੁੱਖ ਹੈਗਾ, ਦੁੱਖਾਂ ਦਾ ਕਾਰਨ ਹੈਗਾ, ਉਹਨੂੰ ਦੂਰ ਕੀਤਾ ਜਾ ਸਕਦਾ ਔਰ ਉਹਦਾ ਜਿਹੜਾ ਮਾਰਗ ਹੈਗਾ ਉਹਦੇ ਪ੍ਰੈਕਟਿਸ। ਫਿਰ ਸਮਯਕ ਸੰਕਲਪ ਪੜ੍ਹ ਦਿਓ, ਦਵਾ 1 ਮਿੰਟ ਰਹਿੰਦਾ। ਫਿਰ ਉਹਦੇ ਵਿੱਚ ਹੈਗਾ ਅੱਗੇ ਸਮਯਕ ਵਾਕ, ਸਮਯਕ ਕਰਮ, ਸਮਯਕ ਜੀਵਕਾ, ਸਮਯਕ ਪ੍ਰਯਾਸ, ਸਮਯਕ ਸਮ੍ਰਿਤੀ, ਸਮਯਕ ਸਮਾਧੀ। ਸਾਰੀਆਂ ਚੀਜ਼ਾਂ ਐਕਸਪਲੇਨ ਕਰਨ ਵਾਲੀਆਂ ਹੈਗਾ, ਪਰ ਹੁਣ ਬਿਲਕੁਲ ਤਾਂ ਹੀ ਮੈਂ ਕਹਿੰਦਾ ਇਹ ਕੋਈ ਦੱਸਣਾ ਜ਼ਰੂਰੀ ਆ। ਔਰ ਇਹ ਹੈਗਾ ਇੱਕ ਪਿਆਰੇ ਦਰਸ਼ਕੋ, ਉਹਨਾਂ ਨੇ ਕਿਹਾ ਕਿ ਕੋਈ ਚੀਜ਼ ਉਹਦੇ 'ਤੇ ਵਿਸ਼ਵਾਸ ਇਹ ਨਾ ਕਰੋ ਕਿ ਕਿਸੇ ਨੇ ਉਹ ਕਹੀ ਆ ਜਾਂ ਕਿਸੇ ਨੇ ਲਿਖ ਕੇ ਦੱਸੀ ਆ ਜਾਂ ਤੁਹਾਨੂੰ ਕਹੀ ਆ। ਉਹ ਕਹਿੰਦੇ ਆ ਕਿ ਤੁਸੀਂ ਦੇਖੋ, ਸੁਣੋ, ਦਿਮਾਗ ਦੇ ਨਾਲ ਉਹਨੂੰ ਸੋਚੋ ਕਿ ਇਹ ਸੱਚ ਵੀ ਹੋ ਸਕਦਾ। ਸਾਇੰਟੀਫਿਕ ਬੇਸ ਦੇ ਉੱਤੇ ਅੱਜ 2500 ਸਾਲ ਜਿਹੜਾ ਪੁਰਾਣਾ ਧਰਮ ਸੀ, ਅੱਜ ਸਾਇੰਟੀਫਿਕ ਬੇਸ ਦੇ ਉੱਤੇ ਪੂਰਾ ਉਤਰਿਆ। ਸੋ ਪਿਆਰੇ ਦਰਸ਼ਕੋ, ਟਾਈਮ ਹੋ ਗਿਆ, ਅੱਧਾ ਮਿੰਟ ਰਹਿ ਗਿਆ। ਔਰ ਜਿਨ੍ਹਾਂ ਭੈਣਾਂ ਭਰਾਵਾਂ ਨੇ ਟੈਲੀਫੋਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਅਸੀਂ ਇਹੋ ਜਿਹਾ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਫਿਰ ਪੇਸ਼ ਹੋਵਾਂਗੇ। ਔਰ ਕਿਉਂਕਿ ਟਾਈਮ ਇਸ ਪ੍ਰੋਗਰਾਮ ਨੂੰ ਪਿਆਰੇ ਦਰਸ਼ਕੋ ਬਹੁਤ ਲੰਮਾ ਚਾਹੀਦਾ ਹੈਗਾ, ਜਿੰਨਾ ਅਸੀਂ 50-52 ਮਿੰਟਾਂ 'ਚ ਦੱਸ ਸਕਦੇ ਸੀ ਉਹਨਾਂ ਤੁਹਾਨੂੰ ਦੱਸਿਆ। ਬਹੁਤ ਲੰਮਾ ਸਬਜੈਕਟ ਹੈਗਾ, ਉਹਨਾਂ ਦੀ ਸਿੱਖਿਆ ਕੀ ਹੈਗੀ ਆ, ਉਹਨਾਂ ਦਾ ਮੁਕਤੀ ਦਾ ਰਾਹ ਜਿਹੜਾ ਹੈਗਾ ਉਹ ਕੀ ਹੈਗਾ, ਉਹ ਸਾਰਾ ਕੁਝ ਜਿਹੜਾ ਹੈਗਾ। ਫਿਰ ਉਹਨਾਂ ਨੇ 22 ਪ੍ਰਤਿਗਿਆ ਬਾਬਾ ਸਾਹਿਬ ਨੇ ਜਿਹੜੀਆਂ ਹੈਗੀਆਂ ਬੁੱਧਿਜ਼ਮ ਦੇ ਵਿੱਚ ਬੁੱਧ ਧਰਮ ਅਖਤਿਆਰ ਕਰ ਲਈ ਉਹਨਾਂ ਨੇ ਕਹੀਆਂ, ਉਹ ਵੀ ਇੱਕ ਲੰਮਾ ਇੱਕ ਸਬਜੈਕਟ ਹੈਗਾ। ਸੋ ਹੁਣ ਟਾਈਮ ਖਤਮ ਹੋ ਗਿਆ। ਸਾਡੇ ਦੋਨਾਂ ਵੱਲੋਂ ਪ੍ਰੇਮ ਭਰੀ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਥੈਂਕ ਯੂ।